देश की वंड नूं कुछ साल ही हुए सन, पर चढ़ाई कर दी गई, हमला किया गया। उत्थे पुलिस की रहनुमाई ते उस दे नाल फिर सरकार ने फौज नूं भी सद्दिया। और सितम वाली गल है कि उस वे तो जरनैल सिंह भिंडरां वाले वर्गे कोई उत्थे सज्जन भी नहीं सी बैठे हुए, हथियार लैके एड्डी उत्थे पुलिस भेजण की लोड़ पवे। मैं तो ये भी पढ़िया कि उस फौज भी शामिल सी नाल, कल्ली पुलिस नहीं सी। और एक आंकड़ा भी दसदा कि शायद 200 के करीब मौतां भी हुई। हाँ जी, हुण ओहो जे हालात में जो कोई इहो जी गल भी नहीं सीगी कि एड्डी वड्डी कार्रवाई का कोई मतलब नहीं सी बनदा। जदों पंजाबी सूबे का इतिहास लिखिया जाता है, उस दियां कुर्बानियां का इतिहास लिखिया जाता है, वेरवे दिते जाते हैं, तो गुरप्रीत सिंह जी एड्डी वड्डी घटना का जिक्र तक नहीं किया जाता। इस तो वड्डी जिहड़ी है एहसान फरामोशी की हो सकती? इस तो वड्डी एहसान फरामोशी की होगी कि सिख भाईचारे की आबादी सिर्फ 2% है इंडिया के जी। जो एमरजेंसी का मोर्चा लगा उत्थे भी गिरफ्तारी देने वाले सब तो वड्डे सिख सी। एमरजेंसी का मोर्चा सारे मुल्क के लोगों लिए सीगा, सारे मुल्क के लोगों की शहरी आज़ादी के उत्ते हमले होए, और फिर भी सिख भाईचारा उस लहर में बोरे सी। उस जरनैल सिंह भिंडरां वाले दमदमी टकसाल भी जी उस लहर का हिस्सा बने। ਹੁਣ ਪਿੱਛੇ ਜੇ ਜਦੋਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚੋਂ ਈਸਾਈ ਪਰਿਵਾਰ ਨੂੰ ਜਿਹੜਾ ਬਕਾਇਦਾ ਜਿਸ ਤਰ੍ਹਾਂ ਖਤਮ ਕੀਤਾ ਗਿਆ, ਉਸ ਦੇ ਵਿੱਚ ਹਾਂਜੀ ਉਸ ਦੇ ਵਿੱਚ ਬਕਾਇਦਾ ਜਿਹੜਾ ਵਿਅਕਤੀ ਇੱਕ ਦੋਸ਼ੀ ਸੀ ਉਹ ਪਾਰਲੀਮੈਂਟ ਦੇ ਵਿੱਚ ਉਹ ਵਿਅਕਤੀ ਨੂੰ ਮਿਨਿਸਟਰੀ ਜਿਹੜੀ ਦਿੱਤੀ ਗਈ, ਅੱਜ ਇਹ ਇਤਿਹਾਸ ਹੈ। ਉਸ ਦੇ ਵਿੱਚ ਕੀ ਕਹਿ ਰਿਹਾ ਨਰਿੰਦਰ ਮੋਦੀ ਨੂੰ ਟਾਈਮਸ ਨਾਲ ਵਾਲੇ ਪੁੱਛ ਰਹੇ ਨੇ ਕਿ ਤੁਸੀਂ 7ਵੀਂ ਪ੍ਰਗਿਆ ਨੂੰ MP ਦੀ ਚੋਣ ਲੜਾ ਰਹੇ ਹੋ, ਕਿੱਥੋਂ ਤੱਕ ਵਾਜਬ ਹੈ? ਹੁਣ 7ਵੀਂ ਪ੍ਰਗਿਆ ਉਹ ਔਰਤ ਹੈ ਜਿਹੜੀ ਮਾਲੇਗਾਂਵ ਦੇ ਧਮਾਕੇ ਵਿੱਚ ਸ਼ਾਮਲ ਸੀ ਔਰ ਜੇਲ੍ਹ 'ਚ ਬੈਠੀ ਸੀ, ਉਸ ਨੂੰ ਜ਼ਮਾਨਤ ਦਵਾਈ ਗਈ ਇਹ ਕਹਿ ਕੇ ਮੇਰੀ ਸਿਹਤ ਨਹੀਂ ਠੀਕ। ਹਾਲਾਂਕਿ ਸਿਹਤ ਤਾਂ ਸਾਈ ਬਾਬੇ ਦੀ ਜ਼ਿਆਦਾ ਖਰਾਬ ਹੈ ਵਿਚਾਰੇ ਦੀ। ਜੀ ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ, ਲੱਕ ਤੋਂ ਹੇਠਾਂ ਅਪਾਹਜ, 19 ਬਿਮਾਰੀਆਂ ਚਿੰਬੜੀਆਂ ਹੋਈਆਂ, ਕੋਵਿਡ ਦਾ ਖਤਰਾ ਮੰਡਰਾ ਰਿਹਾ, ਉਹਨੂੰ ਤਾਂ ਛੱਡਿਆ ਨਹੀਂ ਇਹਨਾਂ ਨੇ। ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਸਵਾਗਤ ਹੈ। ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਹਮੇਸ਼ਾ ਤੁਸੀਂ ਬੜਾ ਉਤਸ਼ਾਹ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਦੇਖਦੇ ਹੋ। ਸੋ ਅੱਜ ਦਾ ਪ੍ਰੋਗਰਾਮ ਸਥਾਨਕ ਮੁੱਦਿਆਂ ਦੇ ਨਾਲ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ, ਜ਼ੁਲਮ ਦੇ ਖਿਲਾਫ ਆਵਾਜ਼ਾਂ ਜਿਹੜੀਆਂ ਉੱਠਦੀਆਂ ਉਹਨਾਂ ਅਤੇ ਨਾਲੋਂ ਨਾਲ ਘੱਟ ਗਿਣਤੀਆਂ ਦੇ ਮਸਲਿਆਂ 'ਤੇ ਕੇਂਦਰਿਤ ਹੈ। ਦਰਅਸਲ ਘੱਟ ਗਿਣਤੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਖਾਸ ਕਰ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਚੱਲ ਰਿਹਾ ਸਿਲਸਿਲਾ, ਜਿਨ੍ਹਾਂ ਦੇ ਵਿੱਚ ਬਹੁਗੁਣਾ ਬਾਅਦ ਜਿਹੜਾ ਜਿਸ ਕਿਸਮ ਦਾ ਮੈਜੋਰਟੀ ਦੇ ਕੋਲ ਤਾਕਤ ਹੈ, ਜਿਸ ਕਿਸਮ ਦੀ ਉਹ ਵਰਤ ਰਹੀ ਹੈ, ਸਰਕਾਰਾਂ ਜਿਸ ਤਰ੍ਹਾਂ ਇਸ ਦੀ ਵਰਤੋਂ ਕਰ ਰਹੀਆਂ ਨੇ, ਉਸ ਨੂੰ ਲੈ ਕੇ ਘੱਟ ਗਿਣਤੀਆਂ 'ਚ ਬੇਚੈਨੀ ਨਜ਼ਰ ਆਉਂਦੀ ਹੈ। ਉਹਨਾਂ ਦੇ ਵਿੱਚੋਂ ਸਿੱਖਾਂ ਦੇ ਅੰਦਰ ਬੇਚੈਨੀ ਦੇ ਹਾਲਾਤ ਜੋ ਬਣੇ ਹੋਏ ਨੇ ਉਹ ਸਮੇਂ-ਸਮੇਂ ਉਸ ਦੀਆਂ ਜਿਹੜੀਆਂ ਝਾਕੀਆਂ ਅਸੀਂ ਦੇਖਦੇ ਹਾਂ। ਸੰਨ 1955 ਦੇ ਵਿੱਚ 4 ਜੁਲਾਈ ਦਾ ਇਤਿਹਾਸ ਲੈ ਲਈਏ, ਜਦੋਂ ਦਰਬਾਰ ਸਾਹਿਬ 'ਤੇ ਉਸ ਵੇਲੇ ਦੀ ਹਕੂਮਤ ਨੇ ਹਮਲਾ ਕੀਤਾ ਅਤੇ ਜਿਸ ਕਿਸਮ ਦਾ ਮਾਹੌਲ ਬਣਿਆ ਉਸ ਦੇ ਵਿੱਚ 200 ਦੇ ਕਰੀਬ ਜਿਹੜੇ ਲੋਕ ਆ ਉਹ ਸ਼ਹੀਦ ਹੋਏ, ਬਹੁਤ ਸਾਰੀਆਂ ਹਜ਼ਾਰਾਂ 'ਚ ਗ੍ਰਿਫਤਾਰੀਆਂ ਹੋਈਆਂ। ਉਹ ਹਕੂਮਤਾਂ ਦਾ ਜਿਹੜਾ ਜ਼ੁਲਮ ਹੈ ਚੱਲਦਾ ਅਗਾਂਹ 84 ਤੱਕ, 84 ਤੋਂ ਬਾਅਦ ਫਿਰ ਅੱਗੇ ਹੁਣ ਤੱਕ ਜਿਹੜਾ ਜਾਰੀ ਹੈ। ਇਹ ਦਮਨ ਨੀਤੀ ਜਿਹੜੀ ਸਰਕਾਰ ਦੀ ਹੈ ਉਸ ਤੋਂ ਪ੍ਰਭਾਵਿਤ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਖਫਾ ਵੀ ਨੇ, ਪਰ ਉਹਨਾਂ ਦੀ ਆਪਣੀ ਵਿਰੋਧਤਾ ਜਿਹੜੀ ਹੈ ਕਿਹੜੇ ਢੰਗਾਂ ਅਤੇ ਤਰੀਕਿਆਂ ਦੇ ਵਿੱਚ ਹੈ ਕਿ ਉਹ ਹਿੰਸਕ ਹੈ ਜਾਂ ਵਿਚਾਰਧਾਰਕ ਹੈ, ਇਹ ਵਿਚਾਰਨ ਵਾਲੀ ਗੱਲ ਹੈ। ਹਾਲੇ ਰਿਲੀਜ਼ ਕੁਝ ਇੱਕ ਸੂਚੀਆਂ ਜਿਹੜੀਆਂ ਨੇ ਉਹ ਭਾਰਤ ਦੀ ਜਿਹੜੀ ਸਰਕਾਰ ਹੈ ਉਸ ਦੇ ਵੱਲੋਂ ਜਾਰੀ ਹੋਈਆਂ, ਜਿਸ ਦੇ ਵਿੱਚ ਦਹਿਸ਼ਤਗਰਦਾਂ ਦੇ ਨਾਂ 'ਤੇ ਅਤੇ ਖਾਲਿਸਤਾਨ ਦੇ ਨਾਂ 'ਤੇ ਉਹਨਾਂ ਸੂਚੀਆਂ ਨੂੰ ਜਾਰੀ ਕੀਤਾ ਗਿਆ। ਇੱਕ ਪਾਸੇ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਲੋਕ ਆਵਾਜ਼ ਉਠਾ ਰਹੇ ਨੇ, ਇਹ ਜੋ ਕਾਰਵਾਈ ਚੱਲ ਰਹੀ ਹੈ ਇਸ ਦੇ ਪੱਖੋਂ, ਅਤੇ ਦੂਸਰੇ ਪਾਸੇ ਭਾਰਤ ਦੇ ਅੰਦਰ ਹੀ ਜਿਵੇਂ ਜਿਹੜੇ ਘੱਟ ਗਿਣਤੀਆਂ ਦੇ ਹੱਕ 'ਚ ਬੋਲਣ ਵਾਲੇ ਵੱਖ-ਵੱਖ ਚੈਨਲਸ ਨੇ, ਰਿਪੋਰਟਰਸ ਨੇ, ਪੱਤਰਕਾਰ ਨੇ ਜਾਂ ਫਿਰ ਐਕਟਿਵਿਸਟ ਨੇ, ਉਹਨਾਂ ਦੇ ਪ੍ਰਤੀ ਜੋ ਕੁਝ ਚੱਲ ਰਿਹਾ ਹੈ ਉਹ ਇੱਕ ਵੱਖਰਾ ਚਿੰਤਾ ਦਾ ਵਿਸ਼ਾ ਹੈ, ਜਿਨ੍ਹਾਂ ਦਾ ਨਾ ਕੋਈ ਹਿੰਸਕ ਕਾਰਵਾਈਆਂ ਦੇ ਵਿੱਚ ਲੈਣਾ ਦੇਣਾ ਹੈ, ਨਾ ਉਹਨਾਂ ਦੇ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜਿਹੜੀ ਦੇਸ਼ ਨੂੰ ਤੋੜਨ ਜਾਂ ਬਖੇਰਨ ਵਾਲੀ ਹੋਵੇ। ਸਿਰਫ ਉਹਨਾਂ ਦਾ ਨਾਂ ਜਿਹੜਾ ਟੁਕੜੇ ਗੈਂਗ ਬਣਾ ਦਿੱਤਾ ਗਿਆ ਅਤੇ ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਦੇ ਪੱਤਰਕਾਰ ਜਿਨ੍ਹਾਂ ਦੇ ਵਿੱਚ ਧਮਕੀਆਂ ਜਿਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਦੀ ਵੱਡੀ ਗਿਣਤੀ ਹੈ, ਪਰ ਉਹਨਾਂ 'ਚੋਂ ਰਾਣਾ ਅਯੂਬ ਦਾ ਨਾਂ ਵੀ ਇੱਕ ਨਿਖਰ ਕੇ ਸਾਹਮਣੇ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਲਗਾਤਾਰ ਜਿਸ ਤਰ੍ਹਾਂ ਦਾ ਉਹਨਾਂ ਦੇ ਉੱਪਰ ਇਹ ਸਿਤਮ ਢਾਇਆ ਜਾ ਰਿਹਾ ਹੈ। ਸੋ ਇਹਨਾਂ ਸਾਰੇ ਮਸਲਿਆਂ ਨੂੰ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਵਿਸ਼ੇਸ਼ ਮਹਿਮਾਨ ਹੋਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ ਆਵਾਜ਼ੇ ਪੰਜਾਬ ਦਾ ਖਾਸ ਤੌਰ 'ਤੇ ਅਤੇ ਨਾਲ ਦੀ ਨਾਲ ਚੈਨਲ ਪੰਜਾਬੀ ਦਾ ਆਮ ਤੌਰ 'ਤੇ। ਬਹੁਤ ਸ਼ੁਕਰੀਆ ਜੀ। ਜੁਲਾਈ ਦਾ ਮਹੀਨਾ ਜਦੋਂ ਅਸੀਂ ਯਾਦ ਕਰਦੇ ਹਾਂ ਅਤੇ ਸੰਨ 1955 ਦੇ ਵਿੱਚ ਜੁਲਾਈ ਦੇ ਮਹੀਨੇ ਦਰਬਾਰ ਸਾਹਿਬ ਦੀ ਉਹ ਘਟਨਾ ਯਾਦ ਆ ਜਾਂਦੀ ਹੈ ਜਦੋਂ ਦਰਬਾਰ ਸਾਹਿਬ 'ਤੇ
ਅਜੇ ਦੇਸ਼ ਦੀ ਵੰਡ ਨੂੰ ਕੁਝ ਸਾਲ ਹੀ ਹੋਏ ਸਨ, ਪਰ ਚੜ੍ਹਾਈ ਕਰ ਦਿੱਤੀ ਗਈ, ਹਮਲਾ ਕੀਤਾ ਗਿਆ। ਉੱਥੇ ਪੁਲਿਸ ਦੀ ਰਹਿਨੁਮਾਈ ਤੇ ਉਸ ਦੇ ਨਾਲ ਫਿਰ ਸਰਕਾਰ ਨੇ ਫੌਜ ਨੂੰ ਵੀ ਸੱਦਿਆ। ਉਹ ਇੱਕ ਇਸ ਤਰ੍ਹਾਂ ਦਾ ਦੁਖਾਂਤ ਸੀ ਜਿਸ ਨੂੰ ਹਰ ਸਾਲ ਸਿੱਖ ਯਾਦ ਕਰਦੇ ਨੇ, ਮਨਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ। ਮੈਂ ਗੱਲ ਸ਼ੁਰੂ ਕਰਾਂਗਾ ਉਸ ਇਤਿਹਾਸਕ ਆਧਾਰ ਤੋਂ, ਥੋੜ੍ਹਾ ਉਸ ਦੇ ਬਾਰੇ ਰੌਸ਼ਨੀ ਪਾਓ। ਗੁਰਦਰ ਸਿੰਘ ਜੀ, ਇਹ ਜ਼ਰੂਰੀ ਕਿ ਉਸ 'ਤੇ ਗੱਲ ਕੀਤੀ ਜਾਵੇ, ਖਾਸ ਤੌਰ 'ਤੇ ਜੇ ਅਸੀਂ ਆਪਣੇ ਆਪ ਨੂੰ ਪੰਜਾਬੀ ਦੇ ਮੁਦਈ ਕਹਾਉਂਦੇ ਹਾਂ ਜੀ, ਤਾਂ ਉਸ ਨਾਤੇ ਸਾਡੀ ਜ਼ਿੰਮੇਵਾਰੀ ਵੱਧ ਬਣਦੀ ਹੈ ਜੀ। ਜਿਵੇਂ ਇੱਥੇ ਵੀ ਕੋਈ ਪੰਜਾਬੀ ਦੇ ਨਾਂ 'ਤੇ ਸੰਸਥਾਵਾਂ ਖੋਲ੍ਹੀ ਬੈਠੇ ਆ ਜੀ, ਉਹਨਾਂ ਨੂੰ ਵੀ ਇਹ ਦਿਨ ਮਨਾਉਣਾ ਚਾਹੀਦਾ। ਇਹ ਇਕੱਲੇ ਸਿੱਖਾਂ ਦਾ ਮਸਲਾ ਨਹੀਂਗਾ, ਜੋ ਪੰਜਾਬੀ ਸੂਬੇ ਦੀ ਐਜੀਟੇਸ਼ਨ ਦਾ ਇੱਕ ਉਸ ਦੀ ਲੜਾਈ ਦਾ ਹਿੱਸਾ ਹੀ ਹੈ ਜੀ। ਕਿ ਪਹਿਲਾਂ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਉਸ 'ਤੇ ਪਾਬੰਦੀ ਲਾਉਣੀ, ਫਿਰ ਤੁਸੀਂ ਪੁਲਿਸ ਦੀ ਧਾੜ ਭੇਜਣੀ ਦਰਬਾਰ ਸਾਹਿਬ ਦੇ ਵਿੱਚ। ਔਰ ਸਿੱਤਮ ਵਾਲੀ ਗੱਲ ਹੈ ਕਿ ਉਸ ਵੇਲੇ ਤਾਂ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਕੋਈ ਉੱਥੇ ਸੱਜਣ ਵੀ ਨਹੀਂ ਸੀ ਬੈਠੇ ਹੋਏ ਹਥਿਆਰ ਲੈ ਕੇ ਐਡੀ ਉੱਥੇ ਪੁਲਿਸ ਭੇਜਣ ਦੀ ਲੋੜ ਪਵੇ। ਮੈਂ ਤਾਂ ਇਹ ਵੀ ਪੜ੍ਹਿਆ ਕਿ ਉਹ ਫੌਜ ਵੀ ਸ਼ਾਮਲ ਸੀ ਨਾਲ, ਇਕੱਲੀ ਪੁਲਿਸ ਨਹੀਂ ਸੀਗੀ। ਔਰ ਇੱਕ ਅੰਕੜਾ ਵੀ ਦੱਸਦਾ ਕਿ ਸ਼ਾਇਦ 200 ਦੇ ਕਰੀਬ ਮੌਤਾਂ ਵੀ ਹੋਈਆਂ। ਹਾਂਜੀ। ਹੁਣ ਉਹੋ ਜਿਹੇ ਹਾਲਾਤ ਵਿੱਚ ਜਦੋਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਸੀਗੀ ਤੇ ਐਡੀ ਵੱਡੀ ਕਾਰਵਾਈ ਦਾ ਕੋਈ ਮਤਲਬ ਨਹੀਂ ਸੀ ਬਣਦਾ। ਸੋ ਇਹ ਉਸਨੇ ਸਗੋਂ ਇਹ ਸਵਾਲ ਖੜੇ ਕਰ ਦਿੱਤੇ ਨੇ ਕਿ ਫਿਰ ਬਲੂ ਸਟਾਰ ਦੇ ਬਾਰੇ ਤੁਸੀਂ ਜਦੋਂ ਕਹਿੰਦੇ ਹੋ ਕਿ ਅਸੀਂ ਇਸ ਕਰਕੇ ਆਪਰੇਸ਼ਨ ਕੀਤਾ ਕਿ ਅੰਦਰ ਹਥਿਆਰ ਲੈ ਕੇ ਲੋਕ ਬੈਠੇ ਸੀਗੇ, ਉਹ ਸਵਾਲ ਖੜਾ ਹੁੰਦਾ ਕਿ ਉਦੋਂ ਕੀ ਹੋਇਆ ਸੀਗਾ। ਸੋ ਪਹਿਲਾਂ ਹੀ ਤਾਂ ਇੰਡੀਅਨ ਸਟੇਟ ਦੀ ਮਨਸ਼ਾ ਰਹੀ ਹੈ ਕਿ ਘੱਟ ਗਿਣਤੀ ਨੂੰ ਸਬਕ ਸਿਖਾਇਆ ਜਾਵੇ, ਉਸ ਨੂੰ ਖੁੰਝੇ ਲਾ ਕੇ ਰੱਖਿਆ ਜਾਵੇ, ਬਹੁ ਗਿਣਤੀ ਦੀਆਂ ਵੋਟਾਂ ਕਿਵੇਂ ਬਟੋਰੀਆਂ ਜਾਣ। ਇਹ ਦਿਲਚਸਪੀਆਂ ਬੜੇ ਚਿਰ ਤੋਂ ਸਰਕਾਰ ਵਿੱਚ ਰਹੀਆਂ ਨੇ। ਇਸ ਤਰ੍ਹਾਂ ਦੇ ਸਵਾਲ ਉੱਠਦੇ ਔਰ ਉੱਠਣੇ ਚਾਹੀਦੇ ਵੀ ਨੇ। ਸੋ ਮੈਂ ਇਸ ਨੂੰ ਘੱਟੋ ਘੱਟ ਇਸ ਨਜ਼ਰੀਏ ਨਾਲ ਵੇਖਦਾ 84 ਨਾਲ ਮੇਲ ਕੇ। ਜੀ ਜੀ। ਦੂਜੀ ਗੱਲ ਹੈ ਕਿ ਜਿਹੜਾ ਉਹ ਕਾਂਡ ਹੋਇਆ, ਦੁਖਾਂਤ ਹੋਇਆ, ਉਸ ਵਿੱਚ ਇੱਕ ਜਿਹੜੀ ਹੋਰ ਧਿਆਨ ਦੇਣ ਵਾਲੀ ਗੱਲ ਆ ਕਿ ਜਿਹੜਾ ਪੰਜਾਬੀ ਸੂਬੇ ਦੀ ਲਹਿਰ ਦਾ ਵਿਰੋਧ ਜਿਹੜਾ ਹੋ ਰਿਹਾ ਸੀ, ਜ਼ਾਹਰਾ ਤੌਰ ਤੇ ਠੀਕ ਹੈ ਕਾਂਗਰਸ ਸਰਕਾਰ ਸੀ, ਉਸ ਨੇ ਕਰਨਾ ਹੀ ਸੀਗਾ, ਉਸਦੇ ਆਪਣੇ ਮਨਸ਼ੇ ਸੀ, ਪਰ ਉਸਦੇ ਪਿੱਛੇ ਭਾਵਨਾਵਾਂ ਕਿਹੜੀਆਂ ਕੰਮ ਕਰ ਰਹੀਆਂ ਸੀਗੀਆਂ ਉਸ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ। ਸੋ ਹਿੰਦੂਤਵਵਾਦੀ ਤਾਕਤਾਂ ਉਦੋਂ ਵੀ ਸਰਗਰਮ ਸੀਗੀਆਂ। ਇੱਕ ਤਰੀਕੇ ਨਾਲ ਉਹਨਾਂ ਨੂੰ ਵੀ ਇਹ ਸੰਤੁਸ਼ਟ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਸੀ। ਹੁਣ ਮੈਂ ਮਿਸਾਲ ਦੇਣੀ ਚਾਹੁੰਦਾ ਕਿ ਜਿਹੜੇ ਗੋਲਵਾਲਕਰ ਦੀ ਕਿਤਾਬ ਵੀ ਹੈ, ਉਸ ਵਿੱਚ ਕਿਧਰੇ ਜ਼ਿਕਰ ਆਉਂਦਾ ਕਿ ਉਹ ਇਹ ਕਹਿ ਰਿਹਾ ਕਿ ਜਿਹੜੇ ਪੰਜਾਬੀ ਸੂਬੇ ਦੀ ਗੱਲ ਕਰ ਰਹੇ ਨੇ, ਦਰਅਸਲ ਇਹ ਪਾਕਿਸਤਾਨ ਵੱਲੋਂ ਸਿਰਜਿਤ ਸਾਰਾ ਕੁਝ। ਹੁਣ ਉਸ ਵੇਲੇ ਤਾਂ ਕੋਈ ਹਥਿਆਰਬੰਦ ਟ੍ਰੇਨਿੰਗ ਕੈਂਪਾਂ ਦੀ ਵੀ ਗੱਲ ਨਹੀਂ ਸੀਗੀ, ਤੁਸੀਂ ਐਡਾ ਵੱਡਾ ਇਲਜ਼ਾਮ ਕਿਵੇਂ ਲਾ ਦਿੱਤਾ? ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਕਿਹੜੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਉਹ ਇਸ ਬਾਰੇ ਕਿਸ ਕਿਸਮ ਦੀ ਰਾਏ ਰੱਖਦੀਆਂ ਸੀਗੀਆਂ ਔਰ ਕਿਹਨਾਂ ਸ਼ਕਤੀਆਂ ਨੂੰ ਖੁਸ਼ ਕਰਨ ਦੀ ਖਾਤਰ ਇਹ ਸਾਰਾ ਕੁਝ ਕੀਤਾ ਗਿਆ। ਔਰ ਬਲੂ ਸਟਾਰ ਆਪਰੇਸ਼ਨ ਵੀ ਉਹਨਾਂ ਹੀ ਸ਼ਕਤੀਆਂ ਨੂੰ ਖੁਸ਼ ਕਰਨ ਲਈ ਕੀਤਾ ਗਿਆ। ਸੋ ਇਹ ਸਾਰੇ ਇੱਕ ਇਤਿਹਾਸ ਦੀ ਲਗਾਤਾਰਤਾ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ। ਪਰ ਪੰਜਾਬੀ ਦੇ ਝੰਡਾ ਬਰਦਾਰਾਂ ਲਈ ਜ਼ਰੂਰੀ ਹੈ ਕਿ ਘੱਟੋ ਘੱਟ ਤੁਸੀਂ ਜੇ ਬਲੂ ਸਟਾਰ ਦੀ ਗੱਲ ਨਹੀਂ ਕਰਨੀ ਨਾ ਕਰੋ, 4 ਜੁਲਾਈ ਦੇ ਸ਼ਹੀਦਾਂ ਨੂੰ ਜ਼ਰੂਰ ਯਾਦ ਕਰੋ। ਜਿਹੜੀ ਤੁਸੀਂ ਗੱਲ ਜਿਸ ਨੁਕਤੇ 'ਤੇ ਗੱਲ ਕੀਤੀ ਹੈ, ਬਹੁਤ ਜ਼ਿਆਦਾ ਜਿਹੜਾ ਮਨ ਨੂੰ ਸੰਵੇਦਨਸ਼ੀਲ ਪੱਖੋਂ ਹਲੂਣਾ ਦਿੰਦਾ ਹੈ ਕਿ ਤੁਸੀਂ ਦੇਖੋ ਕਿ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਜੀ ਪੰਜਾਬੀ ਸਿੱਖਾਂ ਦੀ ਬੋਲੀ ਨਹੀਂ ਹੈ, ਸਭ ਦੀ ਹੈ, ਜੋ ਕਿ ਯਕੀਨਨ ਤੌਰ 'ਤੇ ਹੈ। ਪੰਜਾਬੀ ਪੰਜਾਬੀਆਂ ਦੀ ਹੈ। ਪੰਜਾਬੀ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਤੇ ਚਾਹੇ ਸਿੱਖ ਹੈ, ਤੇ ਚਾਹੇ ਕੋਈ ਵੀ ਹੈ। ਸਵਾਲ ਇਹ ਹੁੰਦਾ ਹੈ ਕਿ ਉਸ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਜੇ ਵੱਧ ਤੋਂ ਵੱਧ ਪੰਜਾਬੀਆਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ, ਉਹਨਾਂ 'ਚੋਂ ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਨੇ ਜਾਂ ਸਿੱਖੀ 'ਚ ਵਿਸ਼ਵਾਸ ਰੱਖਦੇ ਨੇ, ਉਹਨਾਂ ਨੇ ਵੱਡੀ ਗਿਣਤੀ 'ਚ ਕੁਰਬਾਨੀਆਂ ਵੀ ਦਿੱਤੀਆਂ। ਇੰਦਰਜੀਤ ਸਿੰਘ 10 ਸਾਲ ਦਾ ਬੱਚਾ ਜਿਹੜਾ ਸ਼ਹੀਦ ਹੋਇਆ, ਉਹ ਵੀ ਇੱਕ ਸਿੱਖ ਪਰਿਵਾਰ ਦਾ ਸੀ। ਹਿੰਦੂਤਵੀ ਤਾਕਤਾਂ ਨੇ ਉਸ ਦਾ ਵਿਰੋਧ ਕੀਤਾ। ਮੈਂ ਇਸ ਗੱਲ 'ਤੇ ਸਵਾਲ ਪੁੱਛਦਾ ਕਿ ਕੀ ਗੁਨਾਹ ਕਿ ਸਨ 1955 ਦੇ ਵਿੱਚ ਜਿਹੜਾ ਇਹ ਸਾਕਾ ਹੋਇਆ, ਜਿਹੜਾ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਹੋਇਆ, ਜਿਹਦਾ ਮਕਸਦ ਪੰਜਾਬੀ ਲਾਗੂ ਕਰਨ ਦਾ ਸੀ, ਪੰਜਾਬ ਪੰਜਾਬੀਅਤ ਅਤੇ ਪੰਜਾਬੀਅਤ ਨੂੰ ਸਮਰਪਿਤ ਸੀ। ਸਾਡੀ ਉਹ ਜਿਹੜੀ ਸੌੜੀ ਸੋਚ ਦੇ ਮਾਲਕ ਲੋਕ ਨੇ, ਜਿਨ੍ਹਾਂ ਨੂੰ ਸਿਰਫ ਇਸ ਗੱਲ 'ਤੇ ਹੀ ਨਫ਼ਰਤ ਹੈ ਕਿ ਇਹ ਕਿਉਂਕਿ ਸਿੱਖ ਨੇ, ਇਸ ਕਰਕੇ ਇਹਨਾਂ ਲੋਕਾਂ ਦਾ ਪੰਜਾਬੀ 'ਤੇ ਕਬਜ਼ਾ ਹੋ ਗਿਆ, ਤੇ ਇਸ ਆਧਾਰ 'ਤੇ ਉਹਨਾਂ ਨੂੰ ਰੱਦ ਕਰ ਦਿੰਦੇ ਨੇ। ਜਦ ਕਿ ਹਕੀਕਤ ਇਹ ਹੈ ਕਿ ਉਹਨਾਂ ਨੇ ਤਾਂ ਜਾਨਾਂ ਵੀ ਵਾਰ ਦਿੱਤੀਆਂ। ਤੇ ਇੰਨੀ ਸੰਕੀਰਨਤਾ ਉਸ ਦਿਨ ਨੂੰ 99.9% ਮੈਂ 99% ਇਤਿਹਾਸਕਾਰ ਲਿਖਦਾ, ਜਦੋਂ ਪੰਜਾਬੀ ਸੂਬੇ ਦਾ ਇਤਿਹਾਸ ਲਿਖਿਆ ਜਾਂਦਾ, ਉਸ ਦੀਆਂ ਕੁਰਬਾਨੀਆਂ ਦਾ ਇਤਿਹਾਸ ਲਿਖਿਆ ਜਾਂਦਾ, ਵੇਰਵੇ ਦਿੱਤੇ ਜਾਂਦੇ ਨੇ, ਤਾਂ ਗੁਰਪ੍ਰੀਤ ਸਿੰਘ ਜੀ ਐਡੀ ਵੱਡੀ ਘਟਨਾ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਇਸ ਤੋਂ ਵੱਡੀ ਜਿਹੜੀ ਹੈ ਅਹਿਸਾਨ ਫਰਾਮੋਸ਼ੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਆਸਾਨ ਫਰਮੋਸ਼ੀ ਕੀ ਹੋਗੀ ਕਿ ਸਿੱਖ ਭਾਈਚਾਰੇ ਦੀ ਆਬਾਦੀ ਸਿਰਫ 2% ਹੈ ਇੰਡੀਆ ਦੇ ਵਿੱਚ ਜੀ। ਜਦੋਂ ਐਮਰਜੈਂਸੀ ਦਾ ਮੋਰਚਾ ਲੱਗਾ, ਉੱਥੇ ਵੀ ਗ੍ਰਿਫਤਾਰੀ ਦੇਣ ਵਾਲੇ ਸਭ ਤੋਂ ਵੱਧ ਸਿੱਖ ਸੀਗੇ ਜੀ। ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ, ਅਨੁਪਾਤ ਦੇ ਹਿਸਾਬ ਨਾਲ ਗ੍ਰਿਫਤਾਰੀਆਂ ਕਿਤੇ ਵੱਧ ਸੀਗੀਆਂ ਜੀ। ਇਹ ਗੱਲਾਂ ਪ੍ਰਮਾਣਿਤ ਨੇ, ਇਹ ਮੈਂ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ। ਜਿਹੜਾ ਮਰਜ਼ੀ ਮੈਨੂੰ ਚੈਲੰਜ ਕਰ ਸਕਦਾ, ਦਸਤਾਵੇਜ਼ ਪਏ ਨੇ, ਪੜ੍ਹ ਕੇ ਵੇਖ ਲਓ ਜੀ। ਐਮਰਜੈਂਸੀ ਦਾ ਮੋਰਚਾ ਸਾਰੇ ਮੁਲਕ ਦੇ ਲੋਕਾਂ ਲਈ ਸੀਗਾ। ਸਾਰੇ ਮੁਲਕ ਦੇ ਲੋਕਾਂ ਦੀ ਸ਼ਹਿਰੀ ਆਜ਼ਾਦੀ ਦੇ ਉੱਤੇ ਹਮਲੇ ਹੋਏ।
ਔਰ ਫਿਰ ਵੀ ਸਿੱਖ ਭਾਈਚਾਰਾ ਉਸ ਲਹਿਰ ਵਿੱਚ ਮੂਹਰੇ ਸੀ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਦਮਦਮੀ ਟਕਸਾਲ ਵੀ ਜੀ ਉਸ ਲਹਿਰ ਦਾ ਹਿੱਸਾ ਬਣੇ। ਜੀ ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਇਹ ਸੌੜੀ ਸੋਚ ਹੈ ਛੱਡ ਦਿੱਤੀ ਜਾਵੇ। ਜਦੋਂ ਆਪਾਂ ਸਟਰਗਲ ਕਰਦੇ ਹਾਂ ਕਿਸੇ ਸਾਂਝੇ ਮਕਸਦ ਦੀ ਖਾਤਰ, ਉਹਦੇ ਵਿੱਚ ਜੇ ਕਿਸੇ ਭਾਈਚਾਰੇ ਦੀ ਮੂਰੀ ਭੂਮਿਕਾ ਹੈ ਤਾਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰੋ, ਬਿਲਕੁਲ ਖੁੱਲ੍ਹ ਦਿਲੀ ਦੇ ਨਾਲ। ਜੀ ਅੱਜ ਵੀ ਇਤਿਹਾਸ ਦੁਹਰਾਇਆ ਜਾ ਰਿਹਾ। ਹਾਂ ਸੀਏ ਦੇ ਖਿਲਾਫ ਜਿਹੜੇ ਮੋਰਚੇ ਲੱਗੇ ਸੀ ਦਿੱਲੀ ਦੇ ਵਿੱਚ, ਜੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਜਾ ਕੇ ਉੱਥੇ ਲੰਗਰ ਛਕਾਇਆ ਲੋਕਾਂ ਨੂੰ। ਪ੍ਰੋਫੈਸਰ ਸਾਹਿਬ ਬਾਬਾ ਜੇਲ੍ਹ 'ਚ ਸਾੜੇ ਜਾ ਰਹੇ ਸਿੱਖਾਂ ਨੇ ਸਭ ਤੋਂ ਵੱਧ ਇੱਥੇ ਆਵਾਜ਼ ਬੁਲੰਦ ਕੀਤੀ ਕੈਨੇਡਾ ਵਰਗੀ ਧਰਤੀ ਤੇ। ਜੀ ਤੇ ਜਦੋਂ ਕੀ ਵਜ੍ਹਾ ਕਿ 3 ਸਿੱਖ ਫੜੇ ਗਏ ਖਾਲਿਸਤਾਨੀ ਗਰਦਾਨ ਕੇ, ਤੇ ਅੱਜ ਖੱਬੇ ਪੱਖੀ ਚੁੱਪ ਕਿਉਂ ਬੈਠੇ? ਸਿੱਖ ਬੁੱਧੀਜੀਵੀ ਨੇ ਤਾਂ ਖੁੱਲੀ ਚਿੱਠੀ ਲਿਖਤੀ ਮੁੱਖ ਮੰਤਰੀ ਨੂੰ, ਅਮਰਿੰਦਰ ਸਿੰਘ ਨੂੰ, ਆਪਣਾ ਰੋਸਾ ਵੀ ਜ਼ਾਹਰ ਕਰਦਾ। ਤੁਹਾਨੂੰ ਕੀ ਤਕਲੀਫ ਹੈ? ਜੀ ਇਹ ਸਵਾਲ ਉਹਨਾਂ ਨੂੰ ਕਰਨਾ ਬਣਦਾ। ਇਹ ਆਪਣੇ ਆਪ ਨੂੰ ਪੁੱਛਣ, ਆਪਣੇ ਜ਼ਮੀਰ ਨੂੰ ਪੁੱਛਣ। ਜੀ ਤੁਸੀਂ ਕਹਿੰਦੇ ਹੋ ਕਿ ਸਾਡੇ 300 ਕਾਮਰੇਡ ਖਾਲਿਸਤਾਨੀ ਨੇ ਮਾਰੇ ਆ, ਅਸੀਂ ਨਹੀਂ ਭੁੱਲਾਂਗੇ। ਹਾਂ ਕਮਾਲ ਦੀ ਗੱਲ ਹੈ। ਤੁਸੀਂ ਨਾ ਭੁੱਲੋ ਤੇ ਲੋਕ ਜਿਨ੍ਹਾਂ ਦੇ 3000 ਲੋਕ ਦਿੱਲੀ 'ਚ ਮਰੇ ਰਾਜਧਾਨੀ 'ਚ ਇੱਕ ਹਫ਼ਤੇ ਦੌਰਾਨ 84 'ਚ ਨਵੰਬਰ ਮਹੀਨੇ, ਜੀ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਦੇ ਕੁਕਰਮ ਭੁੱਲ ਜਾਓ, ਅਸੀਂ ਉਹਨਾਂ ਦੇ ਬਗਲ ਬੱਚੇ ਬਣ ਕੇ ਉਹਨਾਂ ਨੂੰ ਧਰਮ ਨਿਰਪੱਖਤਾ ਸਰਟੀਫਿਕੇਟ ਦੇਈ ਚੱਲੀਏ ਤੇ ਸਾਨੂੰ ਮਾਫ ਕਰ ਦਿਓ। ਕਮਾਲ ਦੀ ਗੱਲ ਆ। ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਤਲਖ ਅਖੀਤਾਂ ਜਿਨ੍ਹਾਂ ਨੂੰ ਲੈ ਕੇ ਕਿ ਮੈਂ ਸੋਚਦਾ ਕਿ 4 ਜੁਲਾਈ ਦਾ ਦਿਨ ਉਸ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਔਰ ਇਹਨਾਂ ਨੂੰ ਕਿਵੇਂ ਸਮਝਾਇਆ ਜਾਵੇ। ਜੀ ਗੁਰਪ੍ਰੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਅਖੀਰ 'ਚ ਕਹੀ ਹੈ ਕਿ ਜੇ ਸੀਏ ਦਾ ਵਿਰੋਧ ਹੋਇਆ ਤਾਂ ਉਸ ਦੇ ਵਿੱਚ ਵੀ ਸਿੱਖ ਭਾਈਚਾਰਾ ਖੁਦ ਜਿਹੜਾ ਵਲੰਟੀਅਰ ਸੇਵਾ ਦੇ ਵਿੱਚ ਆਇਆ, ਜਿਨ੍ਹਾਂ ਵਿੱਚੋਂ ਮਿਸਟਰ ਬਿੰਦਰਾ ਵਰਗੇ ਜਿਹੜੇ ਆ ਉਹਨਾਂ 'ਤੇ ਕੇਸ ਤੱਕ ਦਰਜ ਕੀਤਾ ਗਿਆ। ਉਸ ਤੋਂ ਇਲਾਵਾ ਜਿਹੜੇ 3 ਨੌਜਵਾਨ ਸਿੱਖ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਵਲੰਟੀਅਰ ਵੀ ਸਨ, ਸੇਵਾ ਕਰਨ ਵਾਲੇ ਜਿਹੜੇ ਸਨ, ਉਹ ਵੀ ਜਿਹੜੇ ਜਲਦੀ ਸੇਵਾ ਭੋਜਨ ਦੀ ਸੇਵਾ ਕਰ ਰਹੇ ਸਨ, ਉਹਨਾਂ ਨੂੰ ਵੀ ਦਹਿਸ਼ਤਗਰਦ ਐਲਾਨ ਦਿੱਤਾ। ਹੁਣ ਇਸੇ ਦਹਿਸ਼ਤਗਰਦ ਦੇ ਵਿੱਚ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਨਵੀਂ ਇੱਕ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ 'ਚ ਪਿਛਲੀਆਂ ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ ਉਹਨਾਂ ਦੇ ਨਾਲ ਨਾਮ ਹੋਰ ਸ਼ਾਮਲ ਕਰ ਦਿੱਤੇ ਗਏ। ਤੇ ਇਹ ਗੱਲ ਜਿਹੜੀ ਹੈ ਅੱਜ ਜਦੋਂ ਅਸੀਂ ਦੁਨੀਆ ਦੇ ਸਾਹਮਣੇ ਦੇਖ ਰਹੇ ਹਾਂ ਕਿ ਕਿਹਾ ਜਾਂਦਾ ਹੈ ਕਿ ਗੱਲ ਹਥਿਆਰ ਦੀ ਨਹੀਂ, ਗੱਲ ਵਿਚਾਰ ਦੀ ਹੈ, ਗੱਲ ਟੇਬਲ ਤੇ ਟਾਕ ਦੀ ਹੈ, ਗੱਲ ਬੁਲਟ ਦੀ ਨਹੀਂ ਵੋਟ ਦੀ ਹੈ। ਜਦੋਂ ਇਸ ਗੱਲ ਨੂੰ ਚੱਲਦੇ ਸਿਲਸਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਦੇਖੋ ਗੱਲ ਅਸਲ ਜੋ ਰੀਸੈਂਟ ਡਿਵੈਲਪਮੈਂਟ ਹੋਈ ਹੈ, ਮਿਨਿਸਟਰੀ ਆਫ ਹੋਮ ਅਫੇਅਰਸ ਨੇ 9 ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨਿਆ। ਜੀ ਕੁਝ ਕੁ ਨਾਂ ਤਾਂ ਪਹਿਲਾਂ ਤੋਂ ਚੱਲੇ ਆ ਰਹੇ ਨੇ, ਜੀ ਜਿਵੇਂ ਕਿ ਵਧਾਵਾ ਸਿੰਘ ਬੱਬਰ, ਰਣਜੀਤ ਸਿੰਘ ਨੀਟਾ, ਇਹ ਨਾਂ ਤਾਂ ਪਹਿਲਾਂ ਵੀ ਅਸੀਂ ਸੁਣਦੇ ਸੀਗੇ। ਜੀ ਪਰ ਜਿਹੜਾ ਐਤਕੀ ਉਹਨਾਂ ਨੇ ਹੱਦ ਲਾਤੀ ਕਿ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਵੀ ਉਹ ਸੂਚੀ ਸ਼ਾਮਿਲ ਕਰ ਲਿਆ, ਜੀ ਉਹਨੂੰ ਵੀ ਦਹਿਸ਼ਤਗਰਦ ਐਲਾਨ ਦਿੱਤਾ ਗਿਆ। ਹੁਣ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਤੁਹਾਡੇ ਕੋਲ ਕਿਹੜੇ ਸਬੂਤ ਜਿਸ ਦੇ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਉਸਨੇ ਦਹਿਸ਼ਤਗਰਦੀ ਕੀਤੀ ਹੈ? ਪਹਿਲੀ ਗੱਲ ਤਾਂ ਅਸੂਲੀ ਗੱਲ ਕਰੀਏ, ਫਰਜ਼ ਕਰੋ ਮੰਨ ਲਓ ਕਿ ਗੁਰਪਤਵੰਤ ਸਿੰਘ ਪੰਨੂ ਕਿਸੇ ਐਕਟੀਵਿਟੀ 'ਚ ਸ਼ਾਮਲ ਹੈ, ਜੀ ਚਾਹੀਦਾ ਕਿ ਉਹਨੂੰ ਫੜੋ, ਮੁਕੱਦਮਾ ਚਲਾਓ, ਅਦਾਲਤ ਤੈਅ ਕਰੇਗੀ ਕਿ ਉਹ ਦਹਿਸ਼ਤਗਰਦ ਹੈ ਜਾਂ ਨਹੀਂ ਹੈ। ਸਫਾਈ ਦਾ ਉਹਨੂੰ ਮੌਕਾ ਨਹੀਂ ਮਿਲਿਆ, ਤੁਸੀਂ ਪਹਿਲਾਂ ਹੀ ਤੈਅ ਕਰ ਲਿਆ ਕਿ ਉਹ ਦਹਿਸ਼ਤਗਰਦ। ਅਸੀਂ ਤੁਹਾਡੀ ਗੱਲ ਕਿਉਂ ਮੰਨੀਏ? ਤੁਸੀਂ ਸਟੇਟ ਚਲਾ ਰਹੇ ਹੋ, ਸਰਕਾਰ ਹੈ ਤੁਹਾਡੀ, ਤੁਸੀਂ ਜੋ ਕਹੋਗੇ ਕਿ ਉਹ ਪੱਥਰ ਤੇ ਲੀਕ ਹੈ, ਪਰ ਤੁਹਾਡੇ ਆਪਣੇ ਤਰੀਕੇਕਾਰ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਤੁਸੀਂ ਇਹਨਾਂ ਬੰਦਿਆਂ ਦੀ ਸੂਚੀ ਤੇ ਬਣਾਤੀ ਕਿ ਦਹਿਸ਼ਤਗਰਦ ਐਲਾਨ ਦਿੱਤੇ ਗਏ, ਫਿਰ ਤੁਸੀਂ ਜਥੇਬੰਦੀਆਂ ਦੇ ਪਾਬੰਦੀ ਲਾਉਣ ਲੱਗੇ ਤਾਂ 6 ਫॉर ਜਸਟਿਸ ਤੇ ਪਾਬੰਦੀ ਲਾਈ ਹੋਈ ਹੈ ਜਿਹੜੀ ਕਹਿ ਰਹੀ ਕਿ ਸ਼ਾਂਤਮਈ ਢੰਗ ਨਾਲ ਅਸੀਂ ਰਾਇਸ਼ੁਮਾਰੀ ਕਰਵਾਉਣੀ ਹੈ, ਹਿੰਸਾ ਦੀ ਗੱਲ ਵੀ ਨਹੀਂ ਕਰ ਰਹੇ। ਇਹਦੇ ਟੱਕਰ ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਕਿ 2020 ਤੱਕ ਹਿੰਦੂ ਰਾਸ਼ਟਰ ਬਣਾਵਾਂਗੇ, ਉਸ ਤੇ ਕੋਈ ਪਾਬੰਦੀ ਨਹੀਂ। ਹੁਣ ਆਈਏ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਇੱਕ ਪੂਰੀ ਲਿਸਟ ਬਣੀ ਹੋਈ ਹੈ ਪਾਬੰਦੀਸ਼ੁਦਾ ਦਹਿਸ਼ਤਗਰਦ ਸੰਗਠਨਾਂ ਦੀ ਸੂਚੀ। ਜੀ ਉਸ ਵਿੱਚ ਤੁਸੀਂ ਨਾਂ ਵੇਖੋ ਕਿੰਨਾ ਕਿੰਨਾ ਜਥੇਬੰਦੀਆਂ ਦੇ ਨੇ, ਸਿੱਖ ਜਥੇਬੰਦੀਆਂ ਦੇ, ਇਸਲਾਮਿਕ ਜਥੇਬੰਦੀਆਂ ਦੇ, ਖੱਬੇ ਪੱਖੀਆਂ ਦੇ, ਕੁਝ ਛੋਟੀਆਂ ਕੌਮੀਅਤਾਂ ਦੇ ਲੜਾਈ ਲੜਨ ਵਾਲੇ ਗਰੁੱਪ ਨੇ, ਉਹਨਾਂ ਦੇ ਇੱਕ ਵੀ ਹਿੰਦੂਤਵੀ ਸੰਗਠਨ ਦਾ ਨਾਂ ਉਸ ਸੂਚੀ ਵਿੱਚ ਹੈ ਨਹੀਂ। ਇਹਦਾ ਜਵਾਬ ਕੌਣ ਦਊਗਾ? ਅਸੀਮਾਨੰਦ ਨੇ ਮੰਨਿਆ ਕਿ ਅਸੀਂ ਸਮਝੌਤਾ ਕੀਤਾ, ਜੀ ਅਸੀਂ ਮੱਕੇ ਮਸਜਿਦ ਦਾ ਧਮਾਕਾ ਕੀਤਾ, ਅਸੀਂ ਆਹ ਕੀਤਾ, ਅਸੀਂ ਵਾਹ ਕੀਤਾ। ਅਭਿਨਵ ਭਾਰਤ ਦਾ ਨਾਂ ਜਗ ਜ਼ਾਹਰ ਹੋ ਚੁੱਕਿਆ। ਇਹਨਾਂ ਗਰੁੱਪਾਂ ਦੇ ਨਾਂ ਉਸ ਸੂਚੀ ਵਿੱਚ ਕਿਉਂ ਸ਼ਾਮਲ ਨਹੀਂ ਕੀਤੇ ਗਏ? ਔਰ ਹੁਣ ਦੀ ਗੱਲ ਤਾਂ ਚਲੋ ਛੱਡ ਦਿਓ, ਮੋਦੀ ਸਰਕਾਰ ਆ ਗਈ, ਮਨਮੋਹਨ ਸਿੰਘ ਵੇਲੇ ਵੀ ਇਹੀ ਸੂਚੀ ਸੀਗੀ, ਉਹਦੇ ਵਿੱਚ ਵੀ ਇਹਨਾਂ ਗਰੁੱਪਾਂ ਦੇ ਨਾਂ ਨਹੀਂ ਸ਼ਾਮਲ ਕੀਤੇ ਗਏ। ਸਮਝੌਤਾ ਬਲਾਸ 2007 'ਚ ਹੋਇਆ, ਕੁਝ ਟਾਈਮ ਬਾਅਦ ਕਲੀਅਰ ਹੋ ਗਿਆ ਸੀ ਕਿ ਕਿਹਨਾਂ ਨੇ ਕੀਤਾ, ਪਰ ਮਨਮੋਹਨ ਸਿੰਘ ਸਰਕਾਰ ਵੇਲੇ ਵੀ ਆਲਮ ਇਹੀ ਸੀਗਾ। ਸੋ ਸਟੇਟ ਦੇ ਆਪਣੇ ਨਜ਼ਰੀਏ ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਕਿ ਕੀ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ? ਜਦੋਂ ਜੀ ਕੀਤਾ ਕਿਸੇ ਨੂੰ ਦਹਿਸ਼ਤਗਰਦ ਕਹਿ ਦਿੱਤਾ। ਹੁਣ ਹਰਦੀਪ ਸਿੰਘ ਨਿੱਜਰ ਦੀ ਗੱਲ ਮੈਂ ਥੋੜੀ ਜਿਹੀ ਕਰਨੀ ਚਾਹੂੰਗਾ, ਜਿਹੜੇ ਇੱਥੋਂ ਦੇ ਗੁਰਦੁਆਰੇ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ ਦਹਿਸ਼ਤਗਰਦ ਐਲਾਨਿਆ ਗਿਆ। ਦੇਖੋ ਗੱਲ ਇਸ ਤਰ੍ਹਾਂ, ਉਹਨਾਂ ਦੇ ਖਿਲਾਫ ਇਹ ਇਲਜ਼ਾਮ ਲਾਉਂਦੇ ਨੇ ਕਿ ਸ਼ਿੰਗਾਰ ਸਿਨੇਮਾ ਬਲਾਸਟ ਵਿੱਚ ਇਹਨਾਂ ਦਾ ਹੱਥ ਸੀ, ਕਿਉਂਕਿ ਪਹਿਲਾਂ ਵੀ ਗੱਲ ਉੱਠੀ ਸੀ ਕਿ ਇਹਨਾਂ ਦਾ ਤਬਾਦਲਾ ਕਰਾ ਕੇ ਵਾਪਸ ਲਿਆਇਆ ਜਾਵੇ। ਜੀ ਦਾਅਵਾ ਕੀਤਾ ਗਿਆ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਹੋਏ ਆ। ਔਰ ਸ਼ਿੰਗਾਰ ਸਿਨੇਮਾ ਦਾ ਬਲਾਸਟ ਹੋਇਆ ਸੀ 2007 ਵਿੱਚ ਅਕਤੂਬਰ ਮਹੀਨੇ ਦੌਰਾਨ। ਜੀ ਮੇਰੇ ਖਿਆਲ 14 ਅਕਤੂਬਰ ਦੀ ਤਾਰੀਖ ਸੀ ਜੀ, ਔਰ ਉਸ ਦਿਨ ਐਤਵਾਰ ਵੀ ਸੀਗਾ ਤੇ ਈਦ ਦਾ ਦਿਨ ਵੀ ਸੀਗਾ। ਸੋ ਹੋਇਆ ਕੀ ਕਿ ਲੁਧਿਆਣੇ ਦੇ ਵਿੱਚ ਜਿਹੜਾ ਸ਼ਿੰਗਾਰ ਸਿਨੇਮਾ ਆ ਉੱਥੇ ਬਲਾਸਟ ਹੋਇਆ
6 ਵਿਅਕਤੀ ਮਰੇ, ਦਰਜਨਾਂ ਹੋਰ ਜ਼ਖਮੀ ਹੋਏ। ਜੀ ਦਿਲਚਸਪ ਗੱਲ ਗੁਰਵਿੰਦਰ ਸਿੰਘ ਜੀ ਇਹ ਹੋਈ ਹੈ ਕਿ ਇਸ ਘਟਨਾ ਵਿੱਚ ਜ਼ਿਆਦਾ ਜਿਹੜੇ ਲੋਕ ਮਰੇ ਜਾਂ ਜ਼ਖਮੀ ਹੋਏ ਮੁਸਲਮਾਨ ਸੀਗੇ, ਹਾਂਜੀ, ਜਿਹੜੇ ਕਿ ਪ੍ਰਵਾਸੀ ਮਜ਼ਦੂਰ ਸੀ। ਹੂੰ ਥੀਏਟਰ ਵਿੱਚ ਉਸ ਵੇਲੇ ਭੋਜਪੁਰੀ ਫਿਲਮ ਦਰਸਾਈ ਜਾ ਰਹੀ ਸੀ, ਜਿਸ ਨੂੰ ਵੇਖਣ ਲਈ ਉਹ ਆਏ ਹੋਏ ਸੀ। ਜੀ ਈਦ ਦਾ ਮੁਕੱਦਸ ਮੌਕਾ ਵੀ ਸੀਗਾ, ਛੁੱਟੀ ਵੀ ਸੀਗੀ, ਹਾਲ ਖਚਾਖਚ ਭਰਿਆ ਹੋਇਆ ਸੀ। ਹੂੰ ਧਮਾਕਾ ਹੋ ਗਿਆ। ਮੁੱਖ ਤੌਰ ਤੇ ਮਰਨ ਵਾਲੇ ਜ਼ਖਮੀ ਜਿਹੜੇ ਲੋਕ ਨੇ ਉਹ ਮੁਸਲਮਾਨ ਨੇ, ਜੀ ਪਰ ਸ਼ੱਕ ਦੀਆਂ ਸੂਈਆਂ ਗਈਆਂ ਖਾਲਿਸਤਾਨੀਆਂ ਵੱਲ। ਅਧਿਕਾਰੀਆਂ ਨੇ ਕਿਹਾ ਕਿ ਬੱਬਰ ਖਾਲਸਾ ਦਾ ਹੱਥ ਹੈ ਇਸ ਦੇ ਵਿੱਚ। ਇੱਥੋਂ ਤੱਕ ਇੱਕ ਹਰਕਤ ਉਲ ਜਿਹਾਦ ਕੋਈ ਜਥੇਬੰਦੀ ਹੈ ਬੰਗਲਾਦੇਸ਼ ਦੀ, ਉਸ ਦਾ ਵੀ ਨਾਮ ਵਿੱਚ ਘੜੀਸਿਆ ਗਿਆ। ਹੁਣ ਦਿਲਚਸਪ ਗੱਲ ਇਹ ਕਿ ਮੁਸਲਮਾਨ ਜੇ ਮਰੇ ਹੋਣ, ਜ਼ਖਮੀ ਹੋਣ, ਤੇ ਹਰਕਤ ਉਲ ਜਿਹਾਦ ਦਾ ਨਾਂ ਕਿੱਥੋਂ ਆ ਗਿਆ? ਇੱਕ ਪਹਿਲੂ ਹੈ ਕਿ ਬੱਬਰ ਖਾਲਸਾ ਦਾ ਨਾਂ ਆ ਸਕਦਾ, ਕਿਉਂਕਿ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਪਹਿਲਾਂ ਵੀ ਇਹ ਖਾੜਕੂ ਜਥੇਬੰਦੀਆਂ ਕਾਫੀ ਕੁਝ ਕਹਿੰਦੀਆਂ ਰਹੀਆਂ ਜੀ, ਪਰ ਉਹਦੇ ਬੇਸ ਦੇ ਉੱਤੇ ਤੁਸੀਂ ਬੱਬਰ ਖਾਲਸਾ ਨੂੰ ਨਿਸ਼ਾਨੇ ਤੇ ਰੱਖ ਲਿਆ। ਔਰ ਉਸ ਦੌਰ ਵਿੱਚ ਜਦੋਂ ਕਿ ਪੰਜਾਬ 'ਚ ਖਾਲਸਾ ਮੂਵਮੈਂਟ ਮੁੱਕ ਚੁੱਕੀ ਸੀ 2007 ਵਿੱਚ ਤੇ 1992-95 ਵਿੱਚ ਬਹੁਤ ਵੱਡਾ ਸਮੇਂ ਦਾ ਅੰਤਰ ਜੀ। ਉਸ ਵੇਲੇ ਉਹਨਾਂ ਨੂੰ ਕੀ ਲੋੜ ਸੀ ਇੱਕ ਐਕਟੀਵਿਟੀ ਕਰਨ ਦੀ? ਉਲਟ ਗੱਲ ਇਹ ਹੋਈ ਕਿ ਬੱਬਰ ਖਾਲਸਾ ਨੇ ਡਿਨਾਈ ਵੀ ਕੀਤਾ ਔਰ ਕੰਡੈਮ ਵੀ ਕੀਤਾ ਇਸ ਇੰਸੀਡੈਂਟ ਨੂੰ। ਜੀ ਬਾਵਜੂਦ ਇਸ ਦੀ ਜਿਹੜੀ ਇਹ ਨਵੀਂ ਲਿਸਟ ਕੱਢੀ ਇਹਨਾਂ ਨੇ, ਉਸ ਵਿੱਚ ਬੱਬਰ ਖਾਲਸਾ ਦੇ ਉੱਤੇ ਇਹ ਦੋਸ਼ ਦੁਬਾਰਾ ਮੜਿਆ ਗਿਆ। ਹਰਦੀਪ ਸਿੰਘ ਨਿੱਜਰ ਬਾਰੇ ਬਾਰ-ਬਾਰ ਕਿਹਾ ਜਾ ਰਿਹਾ ਕਿ ਇਹ ਵੀ ਉਸ ਵਿੱਚ ਦੋਸ਼ੀ ਹੈ। ਦਿਲਚਸਪ ਗੱਲ ਇਹ ਹੈ ਕਿ ਜਿਹੜੇ 3 ਸਿੱਖ ਨੌਜਵਾਨ ਗ੍ਰਿਫਤਾਰ ਕੀਤੇ ਗਏ, ਜੀ, ਅਦਾਲਤ ਨੇ ਬਰੀ ਕਰਤੇ ਔਰ ਅਦਾਲਤ ਨੇ ਸਿੱਧਾ ਕਿਹਾ ਕਿ ਸਬੂਤ ਜਿਹੜੇ ਆ ਕੱਚੇ ਆ, ਸਬੂਤਾਂ 'ਤੇ ਜਾਨ ਹੀ ਹੈ ਨਹੀਂ। ਹੁਣ ਮੈਂ ਇੱਕ ਦਲੀਲ ਦੇਣੀ ਚਾਹੁੰਦਾ, ਮੈਂ ਨਹੀਂ ਕਹਿ ਰਿਹਾ ਕਿ ਜੋ ਮੈਂ ਦਲੀਲ ਦੇ ਰਿਹਾ ਸੱਚ ਆ। ਇਸ ਦਾ ਨਿਤਾਰਾ ਉਹ ਲੋਕ ਕਰਨ ਜਿਹੜੇ ਐਕਟਿਵਿਸਟ ਨੇ, ਸਿੱਖ ਬੁੱਧੀਜੀਵੀ ਕਰਨ ਜਾਂ ਜਿਹੜਾ ਮਰਜ਼ੀ ਕਰੇ। ਜੀ ਪਰ ਇਹ ਜਿਹੜਾ ਧਮਾਕਾ ਹੋਇਆ ਸੀਗਾ, ਇਹ ਅਜਮੇਰ ਸ਼ਰੀਫ ਦੇ ਧਮਾਕੇ ਤੋਂ 72 ਘੰਟੇ ਬਾਅਦ ਹੋਇਆ ਸੀ। ਜੀ ਜਿਹੜਾ ਰਾਜਸਥਾਨ 'ਚ ਅਜਮੇਰ ਸ਼ਰੀਫ ਬੜੀ ਮੁਕੱਦਸ ਥਾਂ ਮੁਸਲਮਾਨਾਂ ਦੀ, ਉੱਥੇ ਧਮਾਕਾ ਹੋਇਆ, 3 ਕੁ ਵਿਅਕਤੀ ਉੱਥੇ ਮਰੇ ਸੀਗੇ, ਅਨੇਕਾਂ ਹੋਰ ਜ਼ਖਮੀ ਹੋਏ ਸੀ। ਉਹਦੇ ਬਾਰੇ ਵੀ ਕਿਹਾ ਗਿਆ ਕਿ ਇਸਲਾਮਿਕ ਦਹਿਸ਼ਤਗਰਦਾਂ ਦਾ ਕੰਮ ਹੈ। ਬਾਅਦ 'ਚ ਨਿਕਲਿਆ ਕਿ RSS ਦੇ ਲੋਕ ਸ਼ਾਮਲ ਸੀ ਉਸ ਵਿੱਚ, ਔਰ RSS ਦੇ ਲੋਕ ਮੁਸਲਮਾਨ ਇਲਾਕੇ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸੀ। ਅਜਮੇਰ ਸ਼ਰੀਫ ਨੂੰ ਉਹਨਾਂ ਨਿਸ਼ਾਨਾ ਬਣਾਇਆ, ਮੱਕਾ ਮਸਜਿਦ ਨੂੰ ਨਿਸ਼ਾਨਾ ਬਣਾਇਆ, ਸਮਝੌਤਾ ਰੇਲ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਜ਼ਿਆਦਾ ਪਾਕਿਸਤਾਨੀ ਮੁਸਲਮਾਨ ਸਵਾਰ ਸੀਗੇ। ਇਹ ਗੱਲਾਂ ਹੌਲੀ ਹੌਲੀ ਬਾਹਰ ਆਈਆਂ। ਪਰ ਅਫਸੋਸ ਦੀ ਗੱਲ ਕਿ ਜਿਹੜਾ ਸ਼ਿੰਗਾਰ ਸਿਨੇਮਾ ਬਲਾਸਟ ਹੋਇਆ, ਉਸ ਜਾਂਚ ਦੌਰਾਨ ਇਸ ਸੰਭਾਵਨਾ ਤੇ ਗੌਰ ਕਿਉਂ ਨਹੀਂ ਕੀਤਾ ਗਿਆ ਕਿ ਇਸ ਵਿੱਚ ਵੀ ਹਿੰਦੂਤਵੀ ਤਾਕਤਾਂ ਦਾ ਹੱਥ ਹੋ ਸਕਦਾ? ਜੀ, ਕਿਉਂਕਿ ਉਸ ਵੇਲੇ ਬਾਦਲ ਸਰਕਾਰ ਸੀ ਪੰਜਾਬ 'ਚ, ਉਹਨਾਂ ਨੂੰ BJP ਨੇ ਥੰਮੀ ਦਿੱਤੀ ਹੋਈ ਸੀ। ਜੇ ਇਹ ਮਜਬੂਰੀ ਸੀ ਤਾਂ ਫਿਰ ਤਾਂ ਸ਼ਰਮ ਦੀ ਗੱਲ ਹੀ ਕਹੀ ਜਾ ਸਕਦੀ ਹੈ। ਜਿਹੜੇ 3 ਵਿਅਕਤੀ ਫੜੇ ਉਹ ਬਰੀ ਹੋ ਗਏ, ਸਬੂਤ ਤੁਹਾਡੇ ਕਾਫੀ ਨਹੀਂ ਸੀਗੇ। ਫਿਰ ਅਸੀਂ ਕਿਵੇਂ ਮੰਨ ਲਈਏ ਮੁਸਲਮਾਨ ਟਾਰਗੇਟ ਹੋਣ, ਈਦ ਦਾ ਦਿਨ ਹੋਵੇ, ਇਸ ਛੁਰੀ ਤੇ ਕੰਮ ਕਿਉਂ ਨਹੀਂ ਹੋਇਆ? ਇਹ ਮੇਰਾ ਸਵਾਲ ਹੈ। ਜੀ ਬੜੀ ਵੱਡੀ ਤੁਸੀਂ ਗੱਲ ਕੀਤੀ ਹੈ, ਖਾਸ ਤੌਰ ਤੇ ਦੋਵੇਂ ਧਮਾਕੇ ਜਿਹੜੇ ਆ ਉਹਨਾਂ ਨੂੰ ਇੱਕ ਦੂਜੇ ਨਾਲ ਜੋੜ ਕੇ, ਤੇ ਫਿਰ ਉਹਦੇ ਡਿਟੇਲ ਦੇ ਵਿੱਚ ਤੁਸੀਂ ਗੱਲ ਕੀਤੀ ਹੈ RSS ਦੇ ਉਹਨਾਂ ਕਾਰਕੁਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਧਮਾਕੇ ਕੀਤੇ ਨੇ। ਪਰ ਕਮਾਲ ਦੀ ਗੱਲ ਇਹ ਹੈ ਕਿ ਦੇਸ਼ ਦੇ ਜਿੰਨੇ ਹੁਣ ਤੱਕ ਪਾਬੰਦੀਸ਼ੁਦਾ ਗਰੁੱਪ ਨੇ, ਉਹਨਾਂ ਕਿਸੇ ਵੀ ਗਰੁੱਪ ਦੇ ਵਿੱਚ ਇਹਨਾਂ ਹਿੰਦੂਤਵੀ ਜਿਹੜੇ ਵੱਖ-ਵੱਖ ਸੰਗਠਨ ਨੇ, ਉਹਨਾਂ ਦੇ ਵਿੱਚੋਂ ਹੋਰ ਨਾਮ ਆਉਂਦੇ ਨੇ, ਜਿਨ੍ਹਾਂ 'ਚੋਂ ਬਜਰੰਗ ਦਲ ਵੀ ਆਉਂਦਾ ਹੈ, ਜਿਨ੍ਹਾਂ ਦੇ ਵਿੱਚੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ-ਨਾਲ ਜਿਹੜੇ ਪੰਜਾਬ ਦੀ ਧਰਤੀ ਤੋਂ ਇਲਾਵਾ ਭਾਰਤ ਦੇ ਦੂਜੇ ਹਿੱਸਿਆਂ 'ਚ ਨੇ। ਹੁਣ ਪਿੱਛੇ ਜੇ ਜਦੋਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚੋਂ ਈਸਾਈ ਪਰਿਵਾਰ ਨੂੰ ਜਿਹੜਾ ਬਕਾਇਦਾ ਜਿਸ ਤਰ੍ਹਾਂ ਖਤਮ ਕੀਤਾ ਗਿਆ, ਉਸ ਦੇ ਵਿੱਚ ਹਾਂਜੀ, ਉਸ ਦੇ ਵਿੱਚ ਬਕਾਇਦਾ ਜਿਹੜਾ ਵਿਅਕਤੀ ਇੱਕ ਦੋਸ਼ੀ ਸੀ, ਉਹ ਪਾਰਲੀਮੈਂਟ ਦੇ ਵਿੱਚ ਉਹ ਵਿਅਕਤੀ ਨੂੰ ਮਿਨਿਸਟਰੀ ਜਿਹੜੀ ਦਿੱਤੀ ਗਈ। ਅੱਜ ਇਹ ਇਤਿਹਾਸ ਹੈ। ਦੇਖੋ ਗੱਲ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਆਹ ਦੇਖੋ ਕਿ ਜਿਹੜਾ ਨਰਿੰਦਰ ਮੋਦੀ ਜੀ, ਜਿਹੜਾ ਉਹਦਾ ਇੱਕ ਇੰਟਰਵਿਊ ਹੈ ਨਾਓ TV ਨੂੰ ਵੇਖਣ ਵਾਲਾ ਜੀ, ਔਰ ਉਹ ਇੰਟਰਵਿਊ ਹਰ ਇੱਕ ਨੂੰ ਕਰਨਾ ਵੇਖੋ, ਉਹਦੇ ਛੋਟਾ ਜਿਹਾ ਕਲਿੱਪ ਹੈ ਉਹਦਾ, ਜੀ, ਉਸ ਦੇ ਵਿੱਚ ਕੀ ਕਹਿ ਰਿਹਾ ਨਰਿੰਦਰ ਮੋਦੀ ਨੂੰ ਟਾਈਮਸ ਵਾਲੇ ਪੁੱਛ ਰਹੇ ਨੇ ਕਿ ਤੁਸੀਂ ਸਦਵੀ ਪ੍ਰਗਿਆ ਨੂੰ MP ਦੀ ਚੋਣ ਲੜਾ ਰਹੇ ਹੋ, ਕਿੱਥੋਂ ਤੱਕ ਵਾਜਬ ਹੈ? ਹੁਣ ਸਦਵੀ ਪ੍ਰਗਿਆ ਉਹ ਔਰਤ ਹੈ ਜਿਹੜੀ ਮਾਲੇਗਾਂਵ ਦੇ ਧਮਾਕੇ ਵਿੱਚ ਸ਼ਾਮਲ ਸੀਗੀ ਔਰ ਜੇਲ੍ਹ 'ਚ ਬੈਠੀ ਸੀ। ਉਸ ਨੂੰ ਜ਼ਮਾਨਤ ਦਵਾਈ ਗਈ ਇਹ ਕਹਿ ਕੇ ਮੇਰੀ ਸਿਹਤ ਨਹੀਂ ਠੀਕ। ਹਾਲਾਂਕਿ ਸਿਹਤ ਤਾਂ ਸਾਈ ਬਾਬੇ ਦੀ ਜ਼ਿਆਦਾ ਖਰਾਬ ਹੈ ਵਿਚਾਰੇ ਦੀ। ਜੀ, ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ, ਲੱਖ ਤੋਂ ਹੇਠਾਂ ਅਪਾਹਜ, 19 ਬਿਮਾਰੀਆਂ ਚਿੰਬੜੀਆਂ ਹੋਈਆਂ, ਕੋਵਿਡ ਦਾ ਖਤਰਾ ਮੰਡਰਾ ਰਿਹਾ, ਉਹਨੂੰ ਤਾਂ ਛੱਡਿਆ ਨਹੀਂ ਇਹਨਾਂ ਨੇ, ਨਾ ਉੱਤੇ ਹਮਦਰਦੀ ਵਿਖਾਈ ਹੈ। ਇਸ ਬੀਬੀ ਦੀ ਖੂਬੀ ਹੈ ਕਿ ਇਹ ਧਮਾਕੇ 'ਚ ਸ਼ਾਮਲ ਸੀ ਜਿਸ 'ਚ ਮੁਸਲਮਾਨ ਮਰੇ ਆ। ਸਾਈ ਬਾਬੇ ਨੇ ਕੋਈ ਕਤਲ ਨਹੀਂ ਸੀ ਕੀਤਾ। ਉਹ ਤਾਂ ਮਨੁੱਖ ਸਿੱਖਾਂ ਦੀ ਗੱਲ ਕਰਨ ਵਾਲਾ ਇੱਕ ਪੜ੍ਹਨ ਪੜ੍ਹਾਉਣ ਵਾਲਾ ਵਿਅਕਤੀ ਆ, ਇੱਕ ਟੀਚਰ ਆ, ਇੱਕ ਅਧਿਆਪਕ ਆ। ਉਹਨੂੰ ਤੁਸੀਂ ਸਜ਼ਾ ਦੇ ਰਹੇ ਹੋ, ਜੇਲ੍ਹ 'ਚ ਸਾੜ ਰਹੇ ਹੋ, ਤੇ ਇਸ ਬੀਬੀ ਨੂੰ ਬਾਹਰ ਕੱਢ ਕੇ ਲਿਆਂਦਾ ਗਿਆ ਇਲੈਕਸ਼ਨ ਲੜਾਉਣ ਦੀ ਖਾਤਰ। ਔਰ ਨਰਿੰਦਰ ਮੋਦੀ ਕੀ ਕਹਿ ਰਿਹਾ? ਨਰਿੰਦਰ ਮੋਦੀ ਇਹ ਕਹਿ ਰਿਹਾ ਕਿ ਇਹ ਸਾਡਾ ਇੱਕ ਸਿੰਬਲ ਆ, ਅਸੀਂ ਸਿੰਬਲ ਦੇ ਤੌਰ 'ਤੇ ਲੈ ਕੇ ਆਏ ਹਾਂ। ਇਹ ਕਾਂਗਰਸ ਨੇ ਝੂਠਾ ਕੇਸ ਬਣਾਇਆ ਸੀ ਇਸ ਬੀਬੀ ਦੇ ਖਿਲਾਫ। ਹੁਣ ਉਹ ਔਰ ਜਿਹੜੀ ਦਹਿਸ਼ਤਗਰਦੀ ਦੀ ਗਤੀਵਿਧੀ 'ਚ ਸ਼ਾਮਲ ਰਹੀ ਹੋਵੇ, ਉਹ ਤੁਸੀਂ ਬੜੇ ਮਾਣ ਨਾਲ ਲਿਆਓ ਔਰ ਖੁਦ ਤੁਸੀਂ ਉਸ ਨੂੰ ਥਾਪੀ ਦੇ ਰਹੇ ਹੋ। ਫਿਰ ਉਹ MP ਚੁਣੀ ਜਾਵੇ। ਇੰਡੀਆ ਕੋਲ ਕੀ ਮੋਰਲ ਰਾਈਟ ਹੈ ਦਹਿਸ਼ਤਗਰਦੀ ਦੀ ਗੱਲ ਕਰਨ ਦਾ? ਹੁਣ ਜਿਹੜੀ ਦਲੀਲ ਦੇ ਰਹੇ ਨਰਿੰਦਰ ਮੋਦੀ
ਜੀ ਕਿ 84 ਚ ਜੋ ਹੋਇਆ ਸੀ ਉਹ ਦਹਿਸ਼ਤਗਰਦੀ ਨਹੀਂ ਸੀਗੀ, ਅਸੀਂ ਕਹਿੰਦੇ ਸੀਗੀ, ਪਰ ਜੋ 2002 ਚ ਹੋਇਆ ਉਹ ਵੀ ਤਾਂ ਦਹਿਸ਼ਤਗਰਦੀ ਹੀ ਸੀ। ਬਿਲਕੁਲ। ਔਰ ਜਿਹੜਾ ਕਾਂਗਰਸ ਦੇ ਸਿਰ ਭਾਂਡਾ ਪੰਨਾ ਕਿ 84 ਦਾ ਕਤਲੇਆਮ ਕਾਂਗਰਸ ਨੇ ਕੀਤਾ, ਨੋ ਡਾਊਟ ਕਾਂਗਰਸ ਨੇ ਕੀਤਾ, ਕਾਂਗਰਸ ਸਰਕਾਰ ਚਲਾ ਰਹੀ ਸੀ, ਰਾਜੀਵ ਗਾਂਧੀ ਕਸੂਰਵਾਰ ਸੀ ਜੀ। ਪਰ ਬੀਜੇਪੀ ਵਾਲੇ ਕਿੱਥੇ ਸੀਗੇ? ਤੁਹਾਡੇ ਪਾਰਟੀ ਦੇ ਸਿਰਫ 2 MP ਚੁਣ ਹੋਏ 84 ਦੇ ਕਤਲੇਆਮ ਤੋਂ ਬਾਅਦ, ਤੁਹਾਡੀ ਸਾਰੀ ਵੋਟ ਕਾਂਗਰਸ ਨੂੰ ਸ਼ਿਫਟ ਹੋਈ ਹੈ। ਕਿ ਬੀਜੇਪੀ ਨੂੰ ਸਵਾਲ ਨਹੀਂ ਕਰਨੇ ਪੈਣਗੇ ਕਿ ਤੁਹਾਡਾ ਸਟੈਂਡ ਕੀ ਸੀਗਾ? ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਧਿਆਨ ਮੰਗਦੀਆਂ, ਉਸ ਇੰਟਰਵਿਊ ਦੀ ਚੀਰ ਫਾੜ ਕਰਨੀ ਬਹੁਤ ਲਾਜ਼ਮੀ ਹੈ ਜੀ। ਹੁਣ ਇੱਕ ਪਾਸੇ ਨਰਿੰਦਰ ਮੋਦੀ ਖੁਦ ਉਹਨਾਂ ਲੋਕਾਂ ਦੀ ਪੁਸ਼ਪਨਾਈ ਕਰ ਰਿਹਾ ਜਿਹੜੇ ਦਹਿਸ਼ਤਗਰਦੀ ਕਰਦੇ ਹੋਣ, ਉਹਦੀ ਸਰਕਾਰ ਕਿਹੜੇ ਮੂੰਹ ਨਾਲ 6 ਜਸਟਿਸ ਤੇ ਪਾਬੰਦੀ ਲਾ ਰਹੀ ਹੈ? ਸਰਕਾਰ ਕਿਹੜੇ ਮੂੰਹ ਨਾਲ ਕਹਿ ਰਹੀ ਕਿ ਹਰਦੀਪ ਸਿੰਘ ਨਿੱਜਰ ਦਹਿਸ਼ਤਗਰਦ ਆ? ਕਿਸ ਮੂੰਹ ਨਾਲ ਕਹਿ ਰਹੀ ਕਿ ਸ਼ਿੰਗਾਰ ਸਿਨੇਮਾ ਕੇਸ ਦੇ ਵਿੱਚ ਇਸ ਦੀ ਸ਼ਮੂਲੀਅਤ ਸੀਗੀ? ਦੂਜੀ ਸੰਭਾਵਨਾ ਤੇ ਗੌਰ ਤੱਕ ਨਹੀਂ ਕੀਤਾ ਗਿਆ ਜੀ, ਉਸ ਨੂੰ ਇਗਨੋਰ ਕਰ ਦਿੱਤਾ ਗਿਆ ਔਰ ਕਿਸੇ ਜਥੇਬੰਦੀ ਤੇ ਪਾਬੰਦੀ ਤੱਕ ਵੀ ਨਹੀਂ। ਔਰ ਜਦੋਂ ਸ਼ਿੰਗਾਰ ਸਿਨੇਮਾ ਬਲਾਸਟ ਹੋਇਆ ਉਦੋਂ ਵੀ ਮਨਿੰਦਰਜੀਤ ਸਿੰਘ ਬਿੱਟੇ ਦਾ ਬਿਆਨ ਕੀ ਆਇਆ ਜੀ ਕਿ ਮੈਨੂੰ ਬੜਾ ਦੁੱਖ ਹੋਇਆ ਕਿ ਧਮਾਕਾ ਹੋਇਆ। ਕਸੂਰਵਾਰ ਕਿਹਨੂੰ ਕਹਿ ਰਿਹਾ? ਪਿਛਲੀ ਕਾਂਗਰਸ ਸਰਕਾਰ ਨੂੰ, ਪਿਛਲੇ DGP ਨੂੰ, ਜਿਨ੍ਹਾਂ ਨੇ ਸਿੱਖ ਖਾੜਕੂਆਂ ਨੂੰ ਰੀਹੈਬਿਲਿਟੇਟ ਕੀਤਾ। ਯਾਨੀ ਉਹਦਾ ਨਿਸ਼ਾਨਾ ਵੀ ਸਿੱਖ ਭਾਈਚਾਰੇ ਵੱਲ ਜੀ। ਬਹੁ ਗਿਣਤੀਵਾਦੀ ਜਿਹੜੇ ਦਹਿਸ਼ਤਗਰਦਾਂ ਵੱਲ ਉਹ ਵੀ ਨਹੀਂ ਉਂਗਲ ਕਰ ਰਿਹਾ। ਸਦਵੀ ਪ੍ਰਗਿਆ ਜਦੋਂ ਐਂਟਰੀ ਮਾਰਦੀ ਪਾਰਲੀਮੈਂਟ 'ਚ ਬਿੱਟੇ ਦਾ ਮੂੰਹ ਨਹੀਂ ਖੁੱਲਦਾ ਜੀ। ਸੋ ਇਹ ਸਾਰੀ ਸਥਾਪਤੀ ਕਸੂਰਵਾਰ ਆ ਜੀ। ਬਹੁ ਗਿਣਤੀਵਾਦ ਦੇ ਨਾਂ ਤੇ ਦਹਿਸ਼ਤਗਰਦੀ ਦੀ ਪਿੱਠ ਹਮੇਸ਼ਾ ਇਹ ਥਾਪਦੇ ਆਏ ਨੇ, ਜਿਹਦੇ ਕਰਕੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ। ਦੂਸਰੇ ਪਾਸੇ ਹੁਣ ਜਦੋਂ ਇਹੋ ਜਿਹੇ ਦਸਤਾਵੇਜ਼ੀ ਪੱਖ ਨੂੰ ਲੋਕਾਂ ਤੱਕ ਲਿਆਉਣ ਲਈ ਮਿਹਨਤ ਕਰਦਾ ਕੋਈ, ਗੁਜਰਾਤ ਦੀਆਂ ਫਾਈਲਾਂ ਦੀ ਗੱਲ ਕਰੀਏ, ਜੇਕਰ ਰਾਣਾ ਅਯੂਬ ਇੱਕ ਇਨਕਲਾਬੀ ਕਦਮ ਚੁੱਕਦੀ ਹੈ ਤੇ ਉਸ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਇਹ ਸਾਰੇ ਜਿਹੜੇ ਜੋ ਭਾਂਡਾ ਇਹਨਾਂ ਦਾ ਭੰਨਿਆ ਤੇ ਸਾਹਮਣੇ ਲਿਆਂਦਾ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਦੇਖੋ ਗੱਲ ਇਸ ਤਰ੍ਹਾਂ, ਇਹ ਜਿਹੜੀ BJP ਸਰਕਾਰ ਹੈ ਇਹਨੂੰ ਸਵਾਲ ਕਰਨਾ ਚਾਹੀਦਾ ਸਾਨੂੰ ਜੀ। ਇਹ ਕਹਿੰਦੇ ਜਿਹੜੀ ਭਗਵਦ ਗੀਤਾ ਹੈ ਉਹਨੂੰ ਸਾਡਾ ਇੱਕ ਨੈਸ਼ਨਲ ਟੈਕਸਟ ਘੋਸ਼ਿਤ ਕੀਤਾ ਜਾਵੇ। ਸਾਡੇ ਦੇਸ਼ ਦਾ ਸੰਵਿਧਾਨ ਭਗਵਦ ਗੀਤਾ ਹੋਣੀ ਚਾਹੀਦੀ ਹੈ। ਭਗਵਦ ਗੀਤਾ ਦਾ ਇੱਕ ਸੰਦੇਸ਼ ਹੈ ਕਿ ਜਿਹੜਾ ਇਨਸਾਨ ਆਪਣਾ ਜਿਹੜਾ ਕਰਮ ਕਰੇ ਫਲ ਦੀ ਚਿੰਤਾ ਨਾ ਕਰੇ। ਇਹ ਆਮ ਕਹੀ ਜਾਂਦੀ ਗੱਲ ਹੈ। ਹੁਣ ਇਸੇ ਇੱਕ ਜਿਹੜਾ ਸਿਧਾਂਤ ਨੂੰ ਮੰਨ ਲਿਆ ਜਾਵੇ, ਰਾਣਾ ਅਯੂਬ ਨੇ ਕੀ ਕੀਤਾ? ਇੱਕ ਪੱਤਰਕਾਰ ਹੋਣ ਦੇ ਨਾਤੇ ਪੱਤਰਕਾਰ ਦਾ ਫਰਜ਼ ਅਦਾ ਕੀਤਾ ਨਾ ਉਹਨੇ। ਬਿਲਕੁਲ। ਤੇ ਤੁਸੀਂ ਉਹਨੂੰ ਬਲਾਤਕਾਰ ਦੀ ਧਮਕੀ ਦਿਓ, ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿਓ, ਫਿਰ ਤੁਸੀਂ ਹਿੰਦੂ ਧਰਮ ਦੇ ਠੇਕੇਦਾਰ ਕਹਾਉਂਦੇ ਹੋ ਆਪਣੇ ਆਪ ਨੂੰ। ਇਹ ਤੁਹਾਡੀਆਂ ਪਰੰਪਰਾਵਾਂ ਨੇ? ਇਹ ਤਾਂ ਵੈਸੇ ਹੀ ਬੜੀ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਜੀ। ਤੁਸੀਂ ਤਾਂ ਗੀਤਾ ਦੇ ਸਿਧਾਂਤਾਂ ਤੋਂ ਵੀ ਅਗਾਂਹ ਲੰਘ ਗਏ। ਫਿਰ ਆਈਏ ਗੱਲ ਰਾਣਾ ਅਯੂਬ ਨੇ ਕੀਤਾ ਕੀ ਹੈ। ਰਾਣਾ ਅਯੂਬ ਉਹ ਔਰਤ ਹੈ ਜੀ। COVID-19 ਦੇ ਸੰਕਟ ਦੇ ਮੱਦੇਨਜ਼ਰ ਗਰੀਬ ਗੁਰਗਿਆਂ ਲਈ ਉਸਨੇ ਖਾਣਾ ਇਕੱਠਾ ਕੀਤਾ। ਜੀ। ਉਹਨੂੰ ਥਾਪੀ ਦੇਣੀ ਚਾਹੀਦੀ ਸੀ, ਵੱਡੇ ਤੋਂ ਵੱਡਾ ਪੁਰਸਕਾਰ ਦੇਣਾ ਚਾਹੀਦਾ ਸੀਗਾ ਕਿ ਉਸਨੇ ਸੰਕਟ ਦੀ ਘੜੀ ਵਿੱਚ ਦੇਸ਼ ਵਾਸੀਆਂ ਲਈ ਆਹ ਕੀਤਾ। ਜੀ। ਅਸਲ ਦੇਸ਼ ਭਗਤ ਉਹ ਸਾਬਤ ਹੋਈ ਹੈ। ਜੀ। ਤੇ ਤੁਸੀਂ ਉਹਨੂੰ ਦੇਸ਼ ਭਗਤ ਕਹਿਣ ਥਾਂ ਤੇ ਉਹਨੂੰ ਬਦਨਾਮ ਕਰ ਰਹੇ ਹੋ। ਕਸੂਰ ਕੀ? ਘੱਟ ਗਿਣਤੀਆਂ ਦੇ ਹੱਕ 'ਚ ਉਸਨੇ ਹਾਜ਼ਰ ਨਾਰਾ ਮਾਰਿਆ। ਕਸ਼ਮੀਰ ਦੇ ਵਿੱਚ ਇੱਕ ਵਿਅਕਤੀ CRP ਹੱਥੋਂ ਮਰਦਾ ਜੀ ਔਰ ਉਹਦੇ ਦੋਤੇ ਜਾਂ ਪੋਤੇ ਨੂੰ ਉਸਦੇ ਉੱਪਰ ਉਸਦੀ ਲਾਸ਼ 'ਤੇ ਬਿਠਾ ਕੇ ਫੋਟੋਆਂ ਖਿੱਚੀਆਂ ਜਾਂਦੀਆਂ। BJP ਦਾ ਲੀਡਰ ਬੇਸ਼ਰਮੀ ਨਾਲ ਟਿਚਰਾਂ ਕਰਦਾ। ਜੇ ਇਸ 'ਤੇ ਉਹਨੇ ਸਵਾਲ ਕਰ ਲਿਆ ਤੇ ਕਿਹੜਾ ਗੁਨਾਹ ਕਰ ਦਿੱਤਾ? ਜੀ। ਉਸ ਦੇ ਏਵਜ ਤੁਸੀਂ ਉਹਨੂੰ ਗਾਲਾਂ ਕੱਢੋਗੇ। ਸੋ ਰਾਣਾ ਅਯੂਬ ਨਾਲ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਹੁੰਦਾ ਆਇਆ। ਇੱਕ ਤਾਂ ਉਹ ਔਰਤ ਆ, ਦੂਜਾ ਉਹ ਮੁਸਲਮਾਨ ਆ। ਸੋ ਔਰਤ ਹੋਣ ਕਰਕੇ, ਘੱਟ ਗਿਣਤੀ ਹੋਣ ਕਰਕੇ ਔਰ ਇੱਕ ਇਮਾਨਦਾਰ ਪੱਤਰਕਾਰ ਹੋਣ ਕਰਕੇ ਉਸਨੂੰ ਕਈ ਲੈਵਲਸ ਦੇ ਉੱਤੇ ਜਾ ਕੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਉਹ ਬਹਾਦਰ ਲੜਕੀ ਹੈ, ਅਗਲਾ ਕੰਮ ਵੀ ਕਰ ਰਹੀ ਹੈ। ਪਰ ਜਦੋਂ ਬਾਰ-ਬਾਰ ਉਹਨੂੰ ਇਸ ਤਰ੍ਹਾਂ ਦੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਏ, ਸਮਾਜ ਦੀ ਜ਼ਿੰਮੇਵਾਰੀ ਬਣਦੀ ਕਿ ਉਸ ਦੇ ਨਾਲ ਡਟ ਕੇ ਖੜਾ ਹੋਵੇ। ਜਿੱਥੇ ਹੁਣ ਜਿਹੜੀ ਇਸ ਵੇਲੇ ਗੱਲ ਚੱਲ ਰਹੀ ਹੈ ਕਿ ਜਦੋਂ ਇਹਨਾਂ ਜਥੇਬੰਦੀਆਂ ਜਾਂ ਵਿਅਕਤੀਆਂ ਤੇ ਇੰਡੀਵਿਜੂਅਲ ਜਿਹੜਾ ਪਾਬੰਦੀਆਂ ਲਾਉਣ ਦੀ ਗੱਲ ਹੈ, ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਹੈ, ਜਿਹੜੇ ਕਿ ਇੱਕ ਗੁਰਦੁਆਰਾ ਸੰਸਥਾ ਦੇ ਇੱਥੇ ਮੁਖੀ ਵੀ ਨੇ, ਇੱਥੋਂ ਦੇ ਸਰੀ ਦੇ ਵਸਨੀਕ ਨੇ, ਜਿਨ੍ਹਾਂ ਦੇ ਬਾਰੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੇ ਆਪਣੇ ਗੁਰਦੁਆਰਾ ਸੰਸਥਾ ਦੇ ਰਾਹੀਂ ਜਿਹੜੇ ਕੰਮ ਕੀਤੇ, ਜਿਨ੍ਹਾਂ ਦੇ ਵਿੱਚੋਂ COVID-19 ਤੋਂ ਲੈ ਕੇ ਪਹਿਲਾਂ ਲਗਾਤਾਰ ਜਿਹੜਾ ਮਨੁੱਖੀ ਹੱਕਾਂ ਦੇ ਵਾਸਤੇ ਵੀ ਤੇ ਬਾਅਦ 'ਚ ਵਲੰਟੀਅਰ ਸੇਵਾ ਦੇ ਵਾਸਤੇ ਵੀ ਕੋਈ ਵੀ ਜਿਹੜਾ ਰੇਸਿਜ਼ਮ ਨੂੰ ਇੱਕ ਪਾਸੇ ਰੱਖ ਕੇ ਮੂਹਰਲੀ ਕਤਾਰ 'ਚ ਕੰਮ ਕੀਤਾ ਹੈ। ਇਸ ਕਿਸਮ ਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਇੰਨੇ ਚਿਰ ਤੋਂ ਵਿਅਕਤੀ ਰਹਿ ਰਿਹਾ ਤੇ ਉਸ ਨੂੰ ਸਿੱਧਾ ਡਾਇਰੈਕਟਲੀ ਦਹਿਸ਼ਤਗਰਦ ਕਰਾਰ ਦੇ ਦੇਣਾ। ਦੂਸਰੇ ਪਾਸੇ ਨਾਲ ਹੀ ਰੈਫਰੈਂਡਮ ਦੀ ਗੱਲ ਜਿਹੜੀ ਹੈ, ਹੋ ਸਕਦਾ ਰੈਫਰੈਂਡਮ ਦੀ ਗੱਲ ਨਾਲ ਸਹਿਮਤ ਹੋਵੋ, ਅਸਹਿਮਤ ਹੋਵੋ, ਵੱਖਰੀ ਗੱਲ ਹੈ, ਤੁਹਾਡੀ ਆਪਣੀ ਹੱਕ ਹੈ। ਮਰਦਮਸ਼ੁਮਾਰੀ ਬਹੁਤ ਲੋਕਾਂ ਨੇ, ਬਹੁਤ ਦੇਸ਼ਾਂ ਦੇ ਵਿੱਚ, ਬਹੁਤ ਕੌਮਾਂ ਨੇ ਚਲਾਈ ਹੈ। ਜੇ ਅਸੀਂ ਦੇਖੀਏ ਜੰਮੂ ਕਸ਼ਮੀਰ ਦੇ ਵਿੱਚ ਵੀ ਮਰਦਮਸ਼ੁਮਾਰੀ ਦੀ ਗੱਲ ਚੱਲੀ ਸੀ, ਪੰਜਾਬ ਦੇ ਵਿੱਚ ਇਹ ਹੈ, ਬਲਕਿ ਹਕੂਮਤ ਜੇ ਇੰਨੀ ਜ਼ਿਆਦਾ ਖਰੀ ਹੈ ਤੇ ਆਪ ਕਰਾਵੇ ਖੁਦ।
ਜੇ ਇੰਨਾ ਹੀ ਤੁਹਾਡੇ ਅੰਦਰ ਹੈ, ਲੋਕੀ ਅੱਜ ਕੈਨੇਡਾ 'ਚ ਬੈਠੇ ਹੋ, ਕੈਨੇਡਾ 'ਚ ਬੜਾ ਹੁੱਬ ਕੇ ਅਸੀਂ ਕਹਿੰਦੇ ਹਾਂ ਕਿ ਆਹ ਜਿਹੜਾ ਕਿਊਬੈਕ ਹੈ ਜੀ, ਦੇਖੋ ਕਿਊਬੈਕ ਨੂੰ ਇੱਕ ਹੱਕ ਦਿੱਤਾ ਗਿਆ ਕਿ ਤੁਸੀਂ ਇਹ ਆਪਣੀ ਜਿਹੜੀ ਆ ਮਰਦਮਸ਼ੁਮਾਰੀ ਕਰੋ, ਦੇਖੋ ਆਪਣੀ ਇੱਕ ਰਾਏ ਬਣਾਓ, ਕੈਨੇਡਾ ਨਾਲ ਰਹਿਣਾ ਕਿ ਨਹੀਂ ਰਹਿਣਾ। ਕੋਈ ਉਹਨੂੰ ਮੰਨੇ ਨਾ ਮੰਨੇ ਵੱਖਰੀ ਗੱਲ ਹੈ, ਕੈਨੇਡਾ ਦੀ ਏਕਤਾ ਅਖੰਡਤਾ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਉਹ ਕਹਿੰਦੇ ਨੇ ਕਿ ਨਾਲ ਰਹਿਣਾ ਚਾਹੁੰਦੇ ਆ, ਵੱਖਰੀ ਗੱਲ ਹੈ। ਪਰ ਇਹ ਕਿਹੜਾ ਮਾਪਦੰਡ ਹੋਇਆ ਕਿ ਇਸ ਹਿਸਾਬ ਦੇ ਨਾਲ ਤੁਸੀਂ ਅੱਤਵਾਦੀ ਜਿਹੜੇ ਘੋਸ਼ਿਤ ਕਰ ਦਿਓ ਤੇ ਬਾਕੀ ਸਾਰੇ ਲੋਕ ਇਸ ਗੱਲ ਨੂੰ ਤਸਲੀਮ ਕਰ ਲੈਣ ਤੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਇੱਕ ਵੇਵ ਚਲਾ ਦਿੱਤੀ ਜਾਵੇ ਕਿ ਕਿਸੇ ਵੀ ਕੀਮਤ ਤੇ ਜਿਹੜਾ ਹੈ ਇਹ ਦਹਿਸ਼ਤਗਰਦ ਨੇ ਤੇ ਇਹਨਾਂ ਨੂੰ ਬਕਾਇਦਾ ਤੌਰ ਤੇ ਇਹ ਅੱਤਵਾਦੀ, ਖਾਲਿਸਤਾਨੀ ਸ਼ਬਦ ਤੇ ਅੱਤਵਾਦੀ ਦੋਨਾਂ ਨੂੰ ਇੱਕ ਪੈਮਾਨੇ ਤੇ ਜੋੜ ਕੇ ਪੇਸ਼ ਕਰ ਦੇਣਾ, ਇਹ ਵੀ ਕਿੱਥੋਂ ਕੁ ਤੱਕ ਇਨਸਾਫ ਹੈ? ਦੇਖੋ, ਮੈਨੂੰ ਇਹ ਲੱਗਦਾ ਕਿ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਮਾੜੀ ਮੋਟੀ ਆਲੋਚਨਾ ਮੋਦੀ ਦੀ ਸ਼ੁਰੂ ਹੋ ਚੁੱਕੀ ਸੀ ਅੰਤਰਰਾਸ਼ਟਰੀ ਪੱਧਰ ਤੇ ਜੀ। ਕਸ਼ਮੀਰ ਜੋ ਉਸਨੇ ਕੀਤਾ ਉਸ ਨੂੰ ਲੈ ਕੇ, ਸੀਏ ਨੂੰ ਲੈ ਕੇ ਜੋ ਕੀਤਾ ਉਸ ਨੂੰ ਲੈ ਕੇ, ਸੋ ਬਾਹਰ ਹੁਣ ਇਹ ਗੱਲ ਉੱਠਣੀ ਸ਼ੁਰੂ ਹੋ ਚੁੱਕੀ ਸੀ ਜੀ। ਇਸ ਦੇ ਮੱਦੇਨਜ਼ਰ ਖਾਲਿਸਤਾਨ ਦੀ ਗੱਲ ਜਿਸ ਲੈਵਲ ਤੇ ਚੱਕ ਲਈ ਗਈ ਆ ਜੀ, ਉਹਦੇ ਵਿੱਚ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਬਾਹਰਲੀਆਂ ਸਰਕਾਰਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਹਾਡੇ ਉੱਥੇ ਖਾਲਿਸਤਾਨੀ ਬੈਠੇ, ਤੁਸੀਂ ਪਹਿਲਾਂ ਉਹਨਾਂ ਨੂੰ ਸਾਂਭੋ, ਸਾਡੇ ਅੰਦਰੂਨੀ ਮਾਮਲੇ ਦਖਲ ਦੇਣ ਦੀ ਲੋੜ ਨਹੀਂ। ਇੱਕ ਤਰੀਕੇ ਨਾਲ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਹੈ। ਮੀਡੀਆ ਦਾ ਧਿਆਨ ਵੀ ਉੱਧਰ ਨੂੰ ਲਾ ਦਿਓ। ਜੀ। ਸਭ ਨੂੰ ਪਤਾ ਖਾਲਿਸਤਾਨ ਦੀ ਇੱਕ ਲਹਿਰ ਕਿਸੇ ਵੇਲੇ ਚੜ੍ਹਾਈ ਤੇ ਸੀਗੀ, ਉਸ ਵੇਲੇ ਕਤਲੋਗਾਰਤ ਬਹੁਤ ਹੋਈ ਹੈ, ਪਰ ਜਿਹੜੀ ਹਕੀਕਤ ਹੁਣ ਨਹੀਂ ਹੈ ਉਸ ਨੂੰ ਖਾਮਖਾ ਹਕੀਕਤ ਬਣਾ ਕੇ ਪੇਸ਼ ਕਰਨਾ, ਔਰ ਫਿਰ ਜਿਹੜੇ ਲੋਕ ਸਿਰਫ ਕਹਿ ਰਹੇ ਕਿ ਅਸੀਂ ਸਿਰਫ ਰਾਏਸ਼ੁਮਾਰੀ ਚਾਹੁੰਦੇ ਹਾਂ ਜੀ, ਅਸੀਂ ਖਾਲਿਸਤਾਨ ਚਾਹੁੰਦੇ ਹਾਂ ਡੈਮੋਕ੍ਰੈਟਿਕ ਢੰਗ ਨਾਲ, ਜੀ, ਉਹ ਗੱਲਬਾਤ ਹੋਣ ਦੀ ਥਾਂ ਤੇ ਤੁਸੀਂ ਉਲਟਾ ਇਲਜ਼ਾਮ ਲਾਤਾ ਕਿ ਇਹ ਦਹਿਸ਼ਤਗਰਦ ਨੇ। ਇਹ ਤਾਂ ਗੱਲ ਹੀ ਬੜੀ ਅਟਪਟੀ ਆ ਕਿ ਮੰਗ ਕਰਨ ਵਾਲਾ ਕੋਈ ਦਹਿਸ਼ਤਗਰਦ ਨਹੀਂ ਹੁੰਦਾ। ਦਹਿਸ਼ਤਗਰਦ ਤਾਂ ਹੁੰਦਾ ਜੇ ਲੋਕਾਂ ਨੂੰ ਜਾ ਕੇ ਉਕਸਾਵੇ ਕਿ ਹਥਿਆਰ ਚੱਕੋ, ਜੀ, ਬੰਦੇ ਮਾਰੋ, ਅਸੀਂ ਤੁਹਾਨੂੰ ਸਾਂਭਾਂਗੇ, ਕੋਈ ਇਹੋ ਜਿਹੀ ਗੱਲ ਕਰ ਦੇਵੇ। ਇਹੋ ਜਿਹੀ ਗੱਲ ਤਾਂ ਕੋਈ ਹੋਈ ਨਹੀਂ। ਜੀ। ਉਹ ਤਾਂ ਸਿਰਫ ਰੈਫਰੈਂਡਮ ਦੀ ਗੱਲ ਕਹਿ ਰਿਹਾ। ਹੁਣ ਜਦੋਂ ਭਾਰਤ ਦੀਆਂ ਕੋਰਟਾਂ ਕਹਿ ਚੁੱਕੀਆਂ ਕਿ ਖਾਲਿਸਤਾਨ ਦੀ ਮੰਗ ਕਰਨਾ ਜਾਂ ਖਾਲਿਸਤਾਨ ਦਾ ਨਾਰਾ ਲਾਉਣਾ ਕੋਈ ਗੁਨਾਹ ਨਹੀਂਗਾ, ਜੀ, ਤੇ ਤੁਸੀਂ ਕਿਸ ਬੇਸਿਸ ਤੇ ਕਿਸੇ ਨੂੰ ਦਹਿਸ਼ਤਗਰਦ ਕਹਿ ਦੇਵੋਗੇ? ਈਵਨ ਮਾਓਇਸਟਾਂ ਦੇ ਕੰਟੈਕਸਟ 'ਚ ਵੀ ਜੀ ਇਹ ਵੀ ਗੱਲ ਹੋ ਚੁੱਕੀ ਕਿ ਜੇ ਤੁਸੀਂ ਕੋਈ ਮਾਓਇਸਟ ਜਥੇਬੰਦੀ ਨਾਲ ਵੀ ਹੋ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜ਼ਾਹਰਾ ਤੌਰ ਤੇ ਕੋਈ ਦਹਿਸ਼ਤਗਰਦੀ ਦੀ ਐਕਟੀਵਿਟੀ 'ਚ ਸ਼ਾਮਲ ਹੋ। ਬਿਲਕੁਲ। ਬਾਵਜੂਦ ਇਸਦੇ ਉਹ ਲੋਕ ਜਿਹਨਾਂ ਦੇ ਮਾੜਾ ਮੋਟਾ ਵੀ ਸ਼ੱਕ ਹੋਵੇ ਕਿ ਮਾਓਇਸਟ ਵਿਚਾਰਧਾਰਾ ਨੂੰ ਅਪਣਾਏ ਹੋਏ ਆ, ਫੜ ਕੇ ਜੇਲ੍ਹਾਂ 'ਚ ਸੁੱਟੇ ਜਾ ਰਹੇ। ਦੂਜੇ ਪਾਸੇ ਜਿਹੜੇ ਹਿੰਦੂਤਵਾ ਦੇ ਨਾਂ ਤੇ ਲੋਕਾਂ ਨੂੰ ਡਰਾ ਰਹੇ ਨੇ, ਜੀ, ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ, ਸਟੇਟ ਉਹਨਾਂ ਦੀ ਪਿੱਠ ਤੇ ਖਲੋਤਾ। ਇਹ ਤਾਂ ਬਿਲਕੁਲ ਮਤਲਬ ਬੇਸ਼ਰਮੀ ਦੀ ਹੱਦ ਲੈ ਗਈ ਹੁਣ ਤਾਂ। ਜੀ। ਸੋ ਮੈਂ ਤਾਂ ਕਹਿੰਦਾ ਕਿ ਭਾਰਤ ਨੂੰ ਸਿੱਧੇ ਤੌਰ ਤੇ ਐਲਾਨ ਕਰਨਾ ਚਾਹੀਦਾ ਕਿ ਅਸੀਂ ਹਿੰਦੂ ਰਾਸ਼ਟਰ ਹਾਂ, ਬਾਕੀ ਸਾਰੇ ਦੂਜੇ ਨੰਬਰ ਦੇ ਸ਼ਹਿਰੀ ਨੇ। ਇਹ ਝੂਠ ਕਾਹਨੂੰ ਦੱਸਿਆ ਜਾ ਰਿਹਾ ਲੋਕਾਂ ਨੂੰ ਕਿ ਅਸੀਂ ਅਜੇ ਬੜੇ ਸੈਕੂਲਰ ਹਾਂ, ਅਸੀਂ ਬੜੇ ਵੱਡੇ ਡੈਮੋਕ੍ਰੈਟ ਹਾਂ? ਕਿਹੜੀ ਗੱਲੋਂ ਇਹੋ ਜਿਹਾ ਝੂਠ? ਸੋ ਇਹ ਝੂਠ, ਜਿਹੜਾ ਝੂਠ ਦਾ ਇੱਕ ਤੁਸੀਂ ਜਿਹੜਾ ਝੂਠਾ ਨਕਾਬ ਪਾਇਆ ਹੋਇਆ, ਇਹਨੂੰ ਲਾ ਦਿਓ, ਕਿਉਂਕਿ ਸੱਚਾਈ ਇਹ ਕਿ ਤੁਸੀਂ ਅਸਲ ਜਿਹੜੇ ਹਿੰਦੂ ਰਾਸ਼ਟਰ ਇੰਡੀਆ ਬਣ ਚੁੱਕਿਆ, ਜੀ, ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ, ਬਾਕੀ ਸਾਰੇ ਲੱਛਣ ਸਾਡੇ ਸਾਹਮਣੇ ਨੇ। ਹੁਣ ਇੱਕ ਗੱਲ ਦੇਸ਼ ਦੀ ਵੰਡ ਦੇ ਸਮੇਂ ਤੋਂ ਅਸੀਂ ਲੈ ਰਹੇ ਹਾਂ ਜੀ, ਕੋਈ ਸ਼ੱਕ ਨਹੀਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਆ ਸਿੱਖ ਜੇ ਖਾਲਿਸਤਾਨ ਦੀ ਮੰਗ ਕਰਦੇ ਨੇ, ਵੱਖਵਾਦੀ ਨੇ, ਸਿੱਖਾਂ ਨੇ ਜੇ ਖਾਲਿਸਤਾਨ ਦੀ ਕੋਈ ਗੱਲ ਕੀਤੀ ਹੈ ਤਾਂ ਉਹ ਇਹਦਾ ਮਤਲਬ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਬੜਾ ਕੁਝ ਚੱਲਦਾ ਹੈ। ਪਰ ਹੁਣ ਦੇਸ਼ ਦੀ ਵੰਡ ਦੇ ਸਮੇਂ ਨੂੰ ਅਸੀਂ ਸਾਹਮਣੇ ਰੱਖ ਲਈਏ। ਦੇਸ਼ ਦੀ ਵੰਡ ਜਦੋਂ ਹੋਈ ਹੈ, ਇੱਕ ਮੁਸਲਿਮ ਭਾਈਚਾਰਾ ਤੇ ਇੱਕ ਹਿੰਦੂ ਭਾਈਚਾਰਾ, ਦੋਨਾਂ ਨੂੰ ਬਕਾਇਦਾ ਤੌਰ ਤੇ ਜਿਸ ਕਿਸਮ ਦਾ ਇੱਕ ਲੰਮਾ ਉਹਦਾ ਪ੍ਰੋਸਪੈਕਟਿਵ ਹੈ ਕਿ ਕਿਵੇਂ ਉਹਨਾਂ ਨੂੰ ਵੰਡਿਆ ਗਿਆ, ਤੇ ਵੰਡਣ ਵਾਲੇ ਖੁਦ ਜਿਹੜੇ ਸਾਵਰਕਰ ਦੀ ਗੱਲ ਅਸੀਂ ਕਰਦੇ ਹਾਂ ਜਾਂ ਹੋਰ ਹੈ, ਜਿਨ੍ਹਾਂ ਨੇ ਤੈਅ ਕੀਤਾ ਹੋਇਆ ਸੀ ਕਿ ਇੱਕ ਪਾਸੇ ਹਿੰਦੂ ਰਾਸ਼ਟਰ ਦੇ ਤੌਰ ਤੇ ਇਹਨੂੰ ਇਸਟੈਬਲਿਸ਼ ਕਰਨਾ ਹੀ ਕਰਨਾ ਹੈ। ਬਕਾਇਦਾ ਤੌਰ ਤੇ ਇੱਕ ਸਿਲਸਿਲਾ ਚੱਲਿਆ। ਜਦੋਂ ਤੋਂ ਆਜ਼ਾਦੀ ਦੀ ਜੰਗ ਸ਼ੁਰੂ ਹੋਈ, ਗਦਰੀ ਬਾਬੇ ਸਾਰੇ ਸਾਂਝੇ ਯੂਨਾਈਟਿਡ ਸਟੇਟਸ ਆਫ ਇੰਡੀਆ ਦੀ ਗੱਲ ਕਰ ਰਹੇ ਸੀ, ਪਰ ਉੱਥੇ ਇੱਕ ਨਵਾਂ ਹੀ ਸਿਲਸਿਲਾ ਚੱਲ ਰਿਹਾ ਸੀ ਤੇ ਗਦਰੀ ਬਾਬਿਆਂ ਦੇ ਚਿੱਤੇ ਵੀ ਨਹੀਂ ਸੀ ਕੈਨੇਡਾ ਦੀ ਧਰਤੀ ਤੇ ਜਿਹੜੇ ਸੰਘਰਸ਼ ਕਰ ਰਹੇ ਆ ਕਿ ਦੇਸ਼ ਦੇ ਇਉਂ ਟੁਕੜੇ ਹੋਣਗੇ। ਉਹ ਬਕਾਇਦਾ ਤੌਰ ਤੇ ਜਿਹੜੇ ਇੱਕ ਪਾਸੇ ਆਪਣਾ ਬਹੁ ਗਿਣਤੀਵਾਦ ਕਾਇਮ ਰੱਖਣਾ ਚਾਹੁੰਦੇ ਸੀ, ਉਹਨਾਂ ਨੇ ਕੀਤਾ। ਉਸ ਵੇਲੇ ਜਿਹੜੀ ਇੱਕ ਸਿੱਖ ਕੌਮ ਸੀ, ਬਕਾਇਦਾ ਇਸਟੈਬਲਿਸ਼ ਸੀ, ਚਾਹੇ ਗਿਣਤੀ ਘੱਟ ਸੀ, ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੇ ਅੰਦਰ ਉਸ ਵੇਲੇ ਵੀ ਇਹ ਭਾਵਨਾ ਸੀ ਕਿ ਕੀ ਸਾਡਾ ਮੁਲਕ ਵੀ ਕੋਈ ਹੋਏਗਾ, ਅਸੀਂ ਕਿੱਥੇ ਰਵਾਂਗੇ, ਕਿਹੜਾ ਸਾਨੂੰ ਆਪਣੇ ਨਾਲ ਰੱਖੇਗਾ, ਜਾਂ ਉਹ ਨਿਰਭਰਤਾ ਜਿਹੜੀ ਹੋ ਗਈ ਜਿਸ ਨੂੰ ਲੀਡਰਾਂ ਦੀ ਫੇਲਰ ਵੀ ਕਿਹਾ ਜਾਂਦਾ। ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਪਰ ਹੁਣ ਕੀ ਉਹ ਇਸ ਗੱਲ ਦੇ ਵਿੱਚ ਜਿਹੜੇ ਇੱਕ ਸੰਜੀਦਾ ਕਿਸਮ ਦੇ ਵੀ ਨੇ, ਨਾਅਰੇਬਾਜ਼ੀ ਤੋਂ ਉੱਪਰ ਨੇ, ਜਿਹੜੇ ਗਰਮ ਖਿਆਲੀ ਸੋਚ ਨੂੰ ਜਿਹੜਾ ਰੱਦ ਕੀਤਾ ਜਾਂਦਾ ਉਹਦੇ ਉੱਪਰ ਵੀ ਨੇ, ਕਿ ਇੰਟੈਲੈਕਚੁਅਲ ਵਰਗ ਵੀ ਇਹ ਸੋਚ ਨਹੀਂ ਰਿਹਾ ਕਿ ਇਹ ਜੇ ਸਾਡੇ ਨਾਲ ਆਹੀ ਸਾਡੀ ਹੋਣੀ ਸੀ ਤਾਂ ਕਿਉਂ ਨਾ ਸਾਡਾ ਆਪਣਾ ਹੀ ਰਾਸ਼ਟਰ ਹੁੰਦਾ? ਦੇਖੋ, ਗੱਲ ਅਸਲ ਹੈ ਕਿ ਜਦੋਂ ਜ਼ਿਆਦਤੀਆਂ ਹੁੰਦੀਆਂ ਲੋਕਾਂ ਦੇ ਮਨਾਂ 'ਚ ਸੁਭਾਵਿਕ ਤੌਰ ਤੇ ਸਵਾਲ ਆਉਂਦੇ ਨੇ ਜੀ। ਜਦੋਂ ਗਦਰੀ ਬਾਬਿਆਂ ਦੇ ਆਪਣੇ ਕਥਨ ਸੀਗੇ ਕਿ ਦੇਸ਼ ਭੈਣ ਤੱਕੇ ਪ੍ਰਦੇਸ਼ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਅੱਜ ਉਹ ਵਾਲੀ ਗੱਲ ਹਰਦੀਪ ਸਿੰਘ ਨਿੱਜਰ ਦੇ ਮਨ 'ਚ ਵੀ ਆਉਂਦੀ ਹੈ ਜੀ।
ਪੰਨੂ ਦੇ ਵੀ ਆਉਂਦੀ ਹੈ, ਅਸੀਂ ਕਿਵੇਂ ਉਹਨਾਂ ਨੂੰ ਸਮਝਾ ਲਈਏ ਜੀ, ਜਿੱਦਾਂ ਦੇ ਹਾਲਾਤ ਨੇ ਅਸੀਂ ਕਿਵੇਂ ਸਮਝਾ ਬਿਲਕੁਲ ਲਈਏ? ਪਹਿਲੀ ਗੱਲ ਤਾਂ ਇਹ ਹੈ। ਬਿਲਕੁਲ ਦੂਜੀ ਗੱਲ ਇਹ ਕਿ ਜਿਹੜੀ ਵੱਖਵਾਦ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ ਵੱਖਵਾਦੀ ਨੇ, ਜੀ ਦਲੀਲ ਦੇ ਤੌਰ ਤੇ ਠੀਕ ਹੈ ਮੰਨ ਲਿਆ, ਖਾਲਿਸਤਾਨ ਦੀ ਮੰਗ ਵੱਖਵਾਦ ਦੀ ਮੰਗ ਹੈ, ਜੀ ਠੀਕ ਹੈ। ਤੁਸੀਂ ਕਹਿੰਦੇ ਹੋ ਅਸੀਂ ਕਸ਼ਮੀਰ ਵੱਖਰਾ ਕਰਨਾ, ਉਹ ਵੀ ਵੱਖਵਾਦ ਆ। ਜੀ ਪਾਕਿਸਤਾਨ ਵੱਖਰਾ ਹੋਇਆ, ਉਹ ਵੀ ਜਿੰਨਾ ਵੀ ਵੱਖਵਾਦੀ ਸੀਗਾ, ਪਰ ਤੁਸੀਂ ਕਿਤੇ ਕਿ ਦੁੱਧ ਧੋਤੇ ਹੋ। ਸਭ ਤੋਂ ਪਹਿਲਾਂ ਤੁਸੀਂ ਟੂ ਨੇਸ਼ਨ ਥਿਊਰੀ ਦਿੱਤੀ ਕਿ ਹਿੰਦੂ ਮੁਸਲਮਾਨ ਇਕੱਠੇ ਰਹਿ ਨਹੀਂ ਸਕਦੇ। ਜੀ ਅਸੀਂ ਇਹੋ ਜਿਹਾ ਦੇਸ਼ ਚਾਹੁੰਦੇ ਜਿੱਥੇ ਹਿੰਦੂ ਧਰਮ ਦਾ ਦਾਬਾ ਹੋਵੇ, ਸਭ ਕੁਝ ਸਾਡੇ ਮੁਤਾਬਕ ਹੋਵੇ, ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੋਵੇ। ਪਹਿਲੇ ਦਿਨ ਤੋਂ ਤੁਹਾਡਾ ਇਹ ਮਨਸ਼ਾ ਸੀਗੀ। ਸੋ ਪਹਿਲਾਂ ਤੁਸੀਂ ਅੱਗ ਲਾਈ, ਜਿਸ ਤੋਂ ਪਿੱਛੋਂ ਪਾਕਿਸਤਾਨ ਦੀ ਗੱਲ ਉੱਠੀ ਹੈ। ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਮਗਰੋਂ ਆਈ ਹੈ। ਹਿੰਦੂ ਰਾਸ਼ਟਰਵਾਦੀਆਂ ਵੱਲੋਂ ਟੂ ਨੇਸ਼ਨ ਥਿਊਰੀ ਪਹਿਲਾਂ ਦਿੱਤੀ ਗਈ। ਅਫਸੋਸ ਦੀ ਗੱਲ ਹੈ, ਸਾਡੇ ਜਿਹੜੇ ਬਹੁਤ ਵੱਡੇ ਬਣੇ ਫਿਰਦੇ ਨੇ ਲੇਖਕ, ਉਹ ਜਦੋਂ ਲਿਖਦੇ ਨੇ ਪਾਕਿਸਤਾਨ ਦੇ ਉੱਤੇ ਪਹਿਲਾਂ ਨਜ਼ਲਾਂ ਝਾੜਦੇ ਨੇ ਕਿ ਪਾਕਿਸਤਾਨ ਵਿੱਚ ਜਿਨ੍ਹਾਂ ਨੇ ਆਹ ਕੀਤਾ, ਪਰ ਜਿਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਦੱਸੋ ਮਾੜਾ ਜਿਹਾ ਕਿ ਸਾਵਰਕਰ ਨੇ ਕੀ ਕੀਤਾ, ਬਾਕੀ ਨੇ ਕੀ ਕੀਤਾ, ਉਹਨਾਂ ਨੇ ਕਿਵੇਂ ਅੱਗ ਲਾਈ। ਜੀ ਜਦੋਂ ਤੁਸੀਂ ਪਹਿਲਾਂ ਹੀ ਇਹ ਕਹਿ ਦਿਓ ਕਿ ਅਸੀਂ ਨੰਬਰ 1 ਸ਼ਹਿਰੀ ਹਾਂ, ਬਾਕੀ ਦੂਜੇ ਨੰਬਰ ਦੇ ਸ਼ਹਿਰੀ ਨੇ, ਤੁਸੀਂ ਤੇ ਆਪ ਵੱਖਵਾਦ ਪੈਦਾ ਕਰ ਰਹੇ ਹੋ, ਲੋਕਾਂ ਨੂੰ ਵੱਖਰਾ ਕਰ ਰਹੇ ਹੋ। ਫਿਰ ਤੁਸੀਂ ਵੱਖਵਾਦੀ ਕਿਉਂ ਨਾ ਕਹਾਏ ਜਾਓ? ਸਭ ਤੋਂ ਵੱਡੇ ਵੱਖਵਾਦੀ ਤੁਸੀਂ ਹੋ। ਇਸੇ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਇਹ ਬਾਰ-ਬਾਰ ਲੋਕਾਂ ਨੂੰ ਦਿੱਤਾ ਜਾਂਦਾ ਫਤਵਾ ਕਿ ਤੁਸੀਂ ਟੁਕੜੇ ਗੈਂਗ ਦੇ ਮੈਂਬਰ ਹੋ। ਜੀ ਟੁਕੜੇ ਗੈਂਗ ਤਾਂ ਮੋਦੀ, ਅਮਿਤ ਸ਼ਾਹ ਤੇ ਮੋਹਨ ਭਾਗਵਤ ਆ, ਕਿਉਂਕਿ ਇਹ ਸਮਾਜ 'ਚ ਵੰਡੀਆਂ ਪਾ ਰਹੇ। ਪਰ ਅਫਸੋਸ ਦੀ ਗੱਲ ਕਿ ਉਸ ਗੱਲ ਨੂੰ ਕੋਈ ਕਿੰਤੂ ਨਹੀਂ ਕਰ ਰਿਹਾ। ਹਾਂਜੀ, ਮੁਸਲਿਮ ਲੀਗ ਦੇ ਉੱਤੇ ਬਹੁਤ ਵੱਡੀਆਂ ਗੱਲਾਂ ਲਿਖੀਆਂ ਜਾਂਦੀਆਂ ਕਿ ਮੁਸਲਿਮ ਲੀਗ ਕਰਕੇ ਪਾਕਿਸਤਾਨ ਬਣਿਆ, ਪਰ ਮੁਸਲਿਮ ਲੀਗ ਤੋਂ ਪਹਿਲਾਂ ਕਿੰਨੇ ਥਿਊਰੀ ਚਲਾਈ ਕਿ ਇਹ ਦੋ ਕੌਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੀ ਦੇਸ਼ ਵੰਡ ਤੋਂ ਬਾਅਦ ਜਿਹੜੇ ਹਾਲਾਤ ਨੇ ਕਿਹਨਾਂ ਨੇ ਵਿਗਾੜੇ? ਤੁਸੀਂ ਪਹਿਲਾਂ ਕਹੋ ਜੀ ਕਿ ਸਿੱਖਾਂ ਨੂੰ ਕਿ ਇਸ ਤਰ੍ਹਾਂ ਉੱਤਰ 'ਚ ਕੋਈ ਖਿੱਤਾ ਦੇਵਾਂਗੇ, ਜੀ ਤੁਸੀਂ ਆਜ਼ਾਦੀ ਦਾ ਨਿਯਮ ਬਾੜ ਸਕੋਗੇ, ਉਹ ਤੁਸੀਂ ਦਿੱਤਾ ਨਹੀਂ, ਤੇ ਪੰਜਾਬੀ ਸੂਬੇ ਦੇ ਨਾਅਰੇ ਤੇ ਪਾਬੰਦੀ ਲਾਤੀ। ਫਿਰ ਤੁਸੀਂ ਕਿਵੇਂ ਆਸ ਕਰਦੇ ਹੋ ਕਿ ਵੱਖਵਾਦ ਦੀ ਭਾਵਨਾ ਨਹੀਂ ਪਣਪੂਗੀ? ਕਸ਼ਮੀਰ 'ਚ ਤੁਸੀਂ ਵਾਅਦਾ ਕੀਤਾ ਕਿ ਅਸੀਂ ਪਲੈਬਸਾਈਡ ਕਰਾਵਾਂਗੇ, ਤੁਸੀਂ ਉੱਤੋਂ ਮੁੱਕਰ ਗਏ। ਜੀ ਉਲਟਾ ਫੌਜ ਦੀ ਨਫਰੀ ਵਧਾ ਦਿੱਤੀ ਗਈ ਉੱਥੇ। ਉਹ ਕਿਉਂ ਚਾਹਣਗੇ ਤੁਹਾਡੇ ਨਾਲ ਰਹਿਣਾ? ਸਰੀਰਕ ਤੌਰ ਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਕੇ ਰੱਖ ਸਕਦੇ ਹੋ, ਮਾਨਸਿਕ ਤੌਰ ਤੇ ਲੋਕ ਤੁਹਾਡੇ ਤੋਂ ਉਹਨਾਂ ਦਾ ਮਨ ਉਚਾਟ ਹੋ ਚੁੱਕਿਆ। ਬਿਲਕੁਲ। ਔਰ ਨੁਕਸਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਜੀ ਭਰਪਾਈ ਨਾਲ ਦੀ ਕੋਈ ਗੱਲ ਨਹੀਂ ਹੋ ਰਹੀ, ਮੱਲਮ ਲਾਉਣ ਦੀ ਕੋਈ ਗੱਲ ਨਹੀਂ ਹੋ ਰਹੀ, ਉਲਟਾ ਸਰਕਾਰ ਲੱਚੜੀ ਹੋਈ ਹੈ। ਸੋ ਮੈਨੂੰ ਹਾਲਾਤ ਭਿਆਨਕ ਹੀ ਨਜ਼ਰ ਆ ਰਹੇ ਨੇ। ਅਗਾਂਹ ਭਵਿੱਖ ਦੇ ਵਿੱਚ ਕੋਈ ਬਹੁਤਾ ਇਸ ਕਿਸਮ ਦੀ ਆਸ ਨਜ਼ਰ ਨਹੀਂ ਆ ਰਹੀ ਕਿ ਸਭ ਕੁਝ ਠੀਕ ਹੋ ਜਾਊਗਾ। ਤੁਸੀਂ ਇਤਿਹਾਸ ਨੂੰ ਛੋਇਆ। ਸਾਵਰਕਰ ਦੀ ਜਿਹੜੀ ਤੁਸੀਂ 2 ਵਾਰ ਹਵਾਲੇ ਦਿੱਤੇ, ਇੱਕ ਵਾਰੀ ਪੰਜਾਬੀ ਸੂਬੇ ਦੇ ਮੋਰਚੇ ਦੇ ਮਤਲਬ ਜਦੋਂ ਉਹਨੇ ਬਕਾਇਦਾ ਇਹ ਗੱਲ ਕਹੀ ਕਿ ਜਿਹੜਾ ਇਹ ਹੈ, ਇਹ ਮੰਗ ਵੀ ਜਿਹੜੀ ਹੈ ਪੰਜਾਬੀ ਸੂਬੇ ਦੀ ਮੰਗ ਵੀ ਜਿਹੜੀ ਹੈ ਇਹ ਵੀ ਸਰਹੱਦੋਂ ਪਾਰ ਪਾਕਿਸਤਾਨੀ ਜਾਂ ਗੈਰ ਜਿਹੜੇ ਆ ਭਾਰਤੀ ਉਸ ਕਿਸਮ ਦੀ ਹੈ, ਜਾਂ ਉਹਨਾਂ ਦੇ ਸਿਰ ਮੜ ਕੇ ਬਦਨਾਮ ਕੀਤਾ ਗਿਆ, ਜਿਹੜੀ ਕਿ ਮੰਗ ਬਕਾਇਦਾ ਪੰਜਾਬੀਆਂ ਦੀ ਸੀ, ਇਕੱਲੇ ਸਿੱਖਾਂ ਦੀ ਨਹੀਂ ਸੀ। ਫਿਰ ਉਸ ਤੋਂ ਪਹਿਲਾਂ ਜਿਹੜੀ ਹਿੰਦੂਤਵਾ ਦਾ ਏਜੰਡਾ ਲਾਗੂ ਕਰਨ ਦੀ ਉਸ ਦੀ ਕੋਸ਼ਿਸ਼ ਹੈ। ਪਰ ਉਹ ਸਾਵਰਕਰ ਖੁਦ ਜਦੋਂ ਅੰਡਮਾਨ ਨਿਕੋਬਾਰ ਜੇਲ੍ਹ ਦੀ, ਅੱਜ ਵੀ ਇਤਿਹਾਸ ਇਹ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਤੋਂ ਮਾਫੀ ਦਾ ਚਿੱਠਾ ਉਹਨੇ ਲਿਖਿਆ, ਇੱਕ ਵਾਰ ਉਹਨੇ 57 ਦੇ ਵਿਦਰੋਹ ਦੀ ਗੱਲ ਤਾਂ ਕਰ ਦਿੱਤੀ, ਪਰ ਉਸ ਤੋਂ ਬਾਅਦ ਉਹ ਚਿੱਠੀਆਂ ਲਿਖਦਾ। ਕਿਸ ਕਿਸਮ ਦੀ ਉਹਦੀ ਸੋਚ ਸੀ? ਉਸ ਤੋਂ ਬਾਅਦ ਜਿਹੜੇ ਨੈਸ਼ਨਲਿਸਟ ਨੇ, ਜਿਹੜੇ ਕਿ ਕਾਂਗਰਸ ਦੇ ਵਿੱਚ ਵੀ ਨੇ, ਉਹਨਾਂ ਦਾ ਜਿਹੜਾ ਹੈ ਹਿੰਦੂ ਸਭਾ ਦੇ ਆਗੂ ਬਣਦੇ ਨੇ। ਉਹੀ ਲਾਲਾ ਲਾਜਪਤ ਰਾਏ ਕਾਂਗਰਸ ਦੀ ਥਾਂ ਤੇ ਹਿੰਦੂ ਸਭਾ ਦਾ ਆਗੂ ਬਣਦਾ। ਭਾਈ ਬਲਵੰਤ ਸਿੰਘ ਕੈਨੇਡਾ ਤੋਂ ਜਾਂਦੇ ਨੇ, ਇਹੀ ਲਾਲਾ ਲਾਜਪਤ ਰਾਏ ਕਹਿੰਦਾ ਕਿ ਕੈਨੇਡਾ ਤੋਂ ਆਏ ਸਿੱਖ ਆ ਜਿਹੜੇ, ਉਹ ਸਿੱਖਾਂ ਲਈ ਹੱਕ ਮੰਗਦੇ ਨੇ, ਇਹਨਾਂ ਦਾ ਸਾਥ ਨਾ ਦਿਓ। ਇਹੀ ਵਿਅਕਤੀ ਮੁੜ ਕੇ ਇਹ ਗੱਲ ਕਹਿੰਦਾ ਹੈ ਕਿ ਜਿਹੜੀ ਇਸ ਵੇਲੇ ਸਾਡੀ ਲੜਾਈ ਹੈ, ਇਹ ਅੰਮ੍ਰਿਤਸਰ ਦੇ ਵਿੱਚ ਜਾਂ ਕਿਤੇ ਵੀ ਹੈ, ਅਸੀਂ ਆਪਣੇ ਹਿੰਦੂ ਰਾਸ਼ਟਰ ਦੇ ਵਾਸਤੇ ਲੜਾਈ ਲੜਨੀ ਹੈ, ਤੇ ਇਹ ਕਾਂਗਰਸ ਦੇ ਵਿੱਚ ਵੀ ਬੈਠੇ ਨੇ। ਸੋ ਮੈਨੂੰ ਲੱਗਦਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਕੰਡੇ ਇਸ ਕਿਸਮ ਦੇ ਬੀਜੇ ਗਏ, ਜਿਹੜੇ ਕਿ ਉਸ ਵੇਲੇ ਜਿਹੜੇ ਅਗਾਂਹ ਵਧੂ ਸਿੱਖ ਆਗੂ ਵੀ ਸਨ ਉਹ ਵੀ ਨਾ ਪਛਾਣ ਸਕੇ, ਜਾਂ ਉਹਨਾਂ ਦੀ ਇਸ ਤਰ੍ਹਾਂ ਦੀ ਸੋਚ ਰਹੀ ਕਿ ਅਸੀਂ ਮਿਲ ਕੇ ਰਹਿਣਾ, ਮਿਲ ਬੈਠ ਕੇ ਰਹਿਣਾ। ਜੇ ਮਿਲਣਾ ਹੀ ਸੀ ਤਾਂ ਚਾਹੇ ਪਾਕਿਸਤਾਨ ਹੋਇਆ ਚਾਹੇ ਹਿੰਦੁਸਤਾਨ ਹੋਇਆ, ਇੱਕ ਸਾਂਝੇ ਤੌਰ ਤੇ ਉਹਨਾਂ ਲਈ ਤਾਂ ਦੋਨੇ ਬਰਾਬਰ ਸਨ, ਕੋਈ ਫਰਕ ਨਹੀਂ ਸੀ। ਦੇਖੋ, ਇਮਾਨਦਾਰੀ ਦੀ ਘਾਟ ਸੀਗੀ, ਇਮਾਨਦਾਰੀ ਨਾਲ ਸੰਵਾਦ ਕੋਈ ਹੋਇਆ ਨਹੀਂ ਜੀ। ਦੂਜੀ ਗੱਲ ਕਿ ਜਿਹੜਾ ਬਾਹਰੀ ਰੂਪ 'ਚ ਲੋਕਾਂ ਨੂੰ ਲੱਗਦਾ ਸੀ ਕਿ ਕਾਂਗਰਸ ਕਿਉਂਕਿ ਮੁਖਤਾਰਾ ਪਾਰਟੀ ਸੀਗੀ ਜੀ, ਸਾਰੀ ਜਮਾਤਾਂ ਦੀ ਪ੍ਰਤੀਨਿਧਤਾ ਉਹ ਕਰ ਵੀ ਰਹੀ ਸੀ ਜੀ, ਚਾਹੇ ਦਿਖਾਵੇ ਦੇ ਤੌਰ ਤੇ ਜਿੱਦਾਂ ਮਰਜ਼ੀ, ਪਰ ਉਹਦੇ ਵਿੱਚ ਉਹ ਲੋਕ ਵੀ ਸੀਗੇ ਜਿਹੜੇ ਹਿੰਦੂ ਰਾਸ਼ਟਰਵਾਦੀ ਸੀਗੇ। ਜੀ, ਈਵਨ ਪਟੇਲ ਵੀ ਜਿਹੜਾ ਉਹ ਬਹੁਤ ਕੱਟੜ ਵਿਚਾਰਾਂ ਵਾਲਾ ਵਿਅਕਤੀ ਸੀਗਾ, ਉਹ ਕੋਈ ਉਹਦਾ ਉਦਾਰ ਵਿਅਕਤੀ ਨਹੀਂ ਸੀ ਜਿਵੇਂ ਕਈ ਲੋਕੀ ਭੁਲੇਖਾ ਪਾਉਣ ਲਈ ਕਹਿ ਦਿੰਦੇ। ਜੀ। ਸੋ ਉਹਨਾਂ ਲੋਕਾਂ ਦੇ ਵਿੱਚ ਇਹ ਰੁਚੀਆਂ ਸੀਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹਾਂਜੀ। ਦੇਖੋ, 2-3 ਗੱਲਾਂ ਹੋਈਆਂ ਉਦੋਂ ਜਦੋਂ ਅੰਬੇਦਕਰ ਦਾ ਸੰਘਰਸ਼ ਚੱਲ ਰਿਹਾ ਸੀਗਾ ਕਿ ਦਲਿਤਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੀ ਖਾਤਰ ਇਹ ਉਸ ਦਾ ਵਿਰੋਧ ਕਰਦੇ ਸੀ।
ਹੁਣ ਉਸ ਦੌਰ ਦੇ ਵਿੱਚ ਅੰਬੇਦਕਰ ਆਪਣੀ ਥਾਂ ਸੱਚਾ ਸੀਗਾ ਕਿ ਦਲਿਤਾਂ ਦੇ ਜਦੋਂ ਤੱਕ ਮੁਕਤੀ ਨਹੀਂ ਹੁੰਦੀ ਤੇ ਆਜ਼ਾਦੀ ਤੋਂ ਆਪਾਂ ਕੀ ਲੈਣਾ। ਇਹੀ ਗੱਲ ਜਦੋਂ ਹਿੰਦੂ ਮਹਾਸਭਾ ਕਹਿੰਦੇ ਸੀ ਕਿ ਹਿੰਦੂਆਂ ਦੀ ਮੁਕਤੀ ਜ਼ਰੂਰੀ ਹੈ, ਬਰਤਾਨਵੀਆਂ ਦੀ ਜਿਹੜੀ ਹੈ ਮੁਕਤੀ ਵੇਟ ਕਰ ਸਕਦੀ ਹੈ, ਉਹਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂਗਾ। ਅੰਬੇਦਕਰ ਦੇ ਖਿਲਾਫ ਲੋਕ ਬਹੁਤ ਭੰਡੀ ਪ੍ਰਚਾਰ ਕਰਦੇ, ਹਾਲਾਂਕਿ ਗੱਲਾਂ ਦੇ ਵਿੱਚ ਬਹੁਤਾ ਵੱਖਰਾ ਨਹੀਂ ਗਾ, ਪਰ ਅੰਬੇਦਕਰ ਦਾ ਜਿਹੜਾ ਰੋਸਾ ਸੀਗਾ ਉਹਨੂੰ ਇਹਦੇ ਨਾਲ ਨਹੀਂ ਮੇਲ ਕੇ ਗੱਲ ਕਰ ਸਕਦੇ ਕਿ ਅੰਬੇਦਕਰ ਇੱਕ ਦੱਬੀ ਕੁਛ ਦੀ ਕੌਮ ਦੀ ਗੱਲ ਕਰ ਰਿਹਾ, ਜਿਹੜੀ ਬ੍ਰਾਹਮਣਵਾਦੀਆਂ ਵੱਲੋਂ ਲਤਾੜੀ ਗਈ ਕੌਮ ਆ, ਉਹਦੀ ਗੱਲ ਕਰਨਾ ਜਾਇਜ਼ ਗੱਲ ਸੀਗੀ। ਸੋ ਉਹਦਾ ਰੋਸਾ ਆਪਣੀ ਥਾਂ ਜਾਇਜ਼ ਸੀ। ਕਾਂਗਰਸੀਆਂ ਦਾ ਇੱਕ ਗਰੁੱਪ ਜਿਹੜਾ ਚਾਹੁੰਦਾ ਸੀ ਕਿ ਵੀ ਜਿਹੜਾ ਬ੍ਰਿਟਿਸ਼ ਰਾਜ ਹੈ ਉਹ ਜਾਵੇ, ਪਰ ਉਹ ਉਹਨਾਂ ਦਾ ਕੀ ਸੀਗਾ ਦ੍ਰਿਸ਼ਟੀਕੋਣ ਕਿ ਜਿਹੜਾ ਬ੍ਰਿਟਿਸ਼ ਰਾਜ ਆ ਕੇ ਰਹਿਤਾਂ ਦੇ ਰਿਹਾ, ਜਿਹਦੇ ਕਰਕੇ ਜਿਹੜੇ ਦਲਿਤ ਨੇ ਉੱਠ ਰਹੇ ਨੇ ਜਾਂ ਬਰਾਬਰ ਬਹਿ ਕੇ ਪੜ੍ਹਦੇ ਨੇ, ਇਹ ਸਾਨੂੰ ਗੱਲ ਸੂਟ ਨਹੀਂ ਕਰਦੀ। ਜਾਂ ਜਿਵੇਂ ਸਤੀ ਪ੍ਰਥਾ ਤੇ ਰੋਕ ਲਾਈ ਉਹਨਾਂ ਨੇ, ਉਹਨਾਂ ਨੂੰ ਵੀ ਲੱਗਾ ਕਿ ਬ੍ਰਾਹਮਣਵਾਦ ਇੱਕ ਚੈਲੰਜ ਹੈ। ਸੋ ਉਦੋਂ ਹੀ ਇਹਨਾਂ ਦੇ ਮਨ 'ਚ ਕਿਧਰੇ ਸੀਗਾ ਕਿ ਜੇ ਭਾਰਤ ਆਜ਼ਾਦ ਹੁੰਦਾ ਤੇ ਸਾਡੇ ਮੁਤਾਬਕ ਹੋਵੇ। ਪਰ ਗਾਂਧੀ ਦੀ ਇੱਕ ਚੰਗੀ ਗੱਲ ਇਹ ਸੀਗੀ ਕਿ ਜਿਹੜਾ ਉਸ ਕਿਸਮ ਦਾ ਹਿੰਦੂਤਵਾ ਨੰਗੇ ਚਿੱਟੇ ਰੂਪ 'ਚ ਉਸ ਦੀ ਵਿਚਾਰਧਾਰਾ ਨੂੰ ਨਹੀਂ ਸੀ ਮੰਨਦਾ, ਜਿਹਦੇ ਕਰਕੇ ਬਾਅਦ ਵਿੱਚ ਕਤਲ ਵੀ ਹੋਇਆ। ਸੋ ਉਧਰੋਂ ਜਾਂ ਨਹਿਰੂ ਤੋਂ ਕੁਝ ਚੁਣੌਤੀਆਂ ਉਹਨਾਂ ਨੂੰ ਮਿਲੀਆਂ, ਜਿਹਦੇ ਕਰਕੇ ਉਹਨਾਂ ਨੇ ਆਪਣਾ ਪਿੱਛੇ ਹੋਣਾ ਸ਼ੁਰੂ ਹੋ ਗਏ, ਤੇ ਫਿਰ ਉਸ ਤੋਂ ਬਾਅਦ ਹਿੰਦੂ ਮਹਾਸਭਾ ਜਾਂ ਇਹੋ ਜਿਹੀਆਂ ਤਹਿਰੀਕਾਂ ਹੋਣ ਚਾਹੀਆਂ। ਹਕੀਕਤ ਇਹ ਆ ਜੀ। ਉਹ ਗੱਲ ਵੱਖਰੀ ਹੈ ਕਿ ਜਦੋਂ ਕਰਦਿਆਂ ਜਦੋਂ ਹਾਲਾਤ ਕਰਵਟ ਲੈਂਦੇ ਗਏ, 47 ਦੀ ਵੰਡ ਹੋ ਗਈ, ਉਦੋਂ ਵੀ ਹਿੰਦੂਤਵਾ ਦਾ ਬੋਲਬਾਲਾ ਕਾਫੀ ਸੀ, ਮਾਹੌਲ ਇਹੋ ਜਿਹਾ ਸੀਗਾ, ਪੋਲਰਾਈਜ਼ ਹੋਈ ਸੀ ਸੋਸਾਇਟੀ। ਸੋ ਨਹਿਰੂ ਲਈ ਵੀ ਕਈ ਤਰ੍ਹਾਂ ਦੀ ਦਿੱਕਤਾਂ ਸੀਗੀਆਂ ਜੀ, ਸੋ ਉਹਦੇ ਸਾਹਮਣੇ ਵੀ ਨਵੀਆਂ ਚੁਣੌਤੀਆਂ ਸੀਗੀਆਂ। ਸੋ ਬਾਅਦ 'ਚ ਕਰਦਿਆਂ ਕਾਂਗਰਸ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਬਿਮਾਰੀ ਜਿਹੜੀ ਹੈ ਉਸ ਦਾ ਸ਼ਿਕਾਰ ਹੋਈ ਹੈ, ਚਾਹੇ ਜਿਹੜੇ ਵਿੱਚੋਂ ਛੱਡ ਕੇ ਚਲੇ ਵੀ ਗਏ ਜੀ। ਕਿਉਂਕਿ ਜਦੋਂ ਅਸੀਂ ਕਹਿੰਦੇ ਨਾ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਗਰਮ ਦਲ ਹੁੰਦਾ ਸੀਗਾ ਇੱਕ, ਉਸ ਗਰਮ ਦਲ ਦੀਆਂ ਘਾਟਾਂ ਇਹ ਸੀਗੀਆਂ ਕਿ ਉਹ ਹਿੰਦੂ ਰਾਸ਼ਟਰਵਾਦੀ ਸੀ ਮੁੱਖ ਤੌਰ ਤੇ। ਸੋ ਉਹਦੇ ਵਿੱਚੋਂ ਸਿਰਫ ਦਿੱਕਤ ਇਹ ਹੋਈ ਕਿ ਜਦੋਂ ਉਹਨਾਂ ਨੇ ਗਦਰ ਪਾਰਟੀ ਵਾਲਿਆਂ ਨੇ ਉਹਨਾਂ ਤੋਂ ਇਮਾਨਦਾਰੀ ਨਾਲ ਆਪਣੇ ਵੱਲੋਂ ਸਹਿਯੋਗ ਲੈਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹੋ ਜਿਹੇ ਨਾਰੇ ਉਹਨਾਂ ਤੋਂ ਜਿਹੜੇ ਉਹਨਾਂ ਨੂੰ ਪਕਾ ਦਿੱਤੇ ਉਹਨਾਂ ਦੇ ਵਿੱਚ ਕਿ ਜਿਹੜੇ ਆਪਣੇ ਆਪ 'ਚ ਬਹੁਤ ਦਿੱਕਤ ਭਰਪੂਰ ਸੀ, ਜਿਵੇਂ ਕਿ ਵੰਦੇ ਮਾਤਰਮ ਕਹਿ ਲਓ, ਭਾਰਤ ਮਾਤਾ ਦੀ ਜੈ, ਇਸ ਕਿਸਮ ਦੇ ਬਿੰਬ ਜੀ ਉਹ ਗਦਰ ਪਾਰਟੀ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੜੇ ਲਿਆ ਦਿੱਤੇ ਗਏ ਜੀ। ਗੁਰਪ੍ਰੀਤ ਸਿੰਘ ਜੀ, ਬਹੁਤ ਧੰਨਵਾਦ, ਤੁਸੀਂ ਇਤਿਹਾਸ ਨੂੰ ਜਿਸ ਤਰ੍ਹਾਂ ਬਿਆਨ ਕੀਤਾ ਜਾਂ ਮੌਜੂਦਾ ਹਾਲਾਤ ਨੂੰ, ਸ਼ੁਕਰੀਆ ਜੀ, ਮਿਹਰਬਾਨੀ ਜੀ। ਅਖੀਰ 'ਚ ਜਿਹੜਾ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਇਹ ਹੈ ਕਿ ਜਦੋਂ ਤੁਸੀਂ ਕਿਸੇ ਵੀ ਕਿਸ ਤਰੀਕੇ ਨਾਲ ਕਾਣੀ ਵੰਡ ਕਰੋਗੇ, ਆਪਣੇ ਪਰਾਏ ਦੀ ਜਿਹੜੀ ਹੈ ਪੱਖਪਾਤੀ ਸੋਚ ਰੱਖੋਗੇ, ਤਾਂ ਨਤੀਜੇ ਭਿਅੰਕਰ ਹੀ ਹੋਣਗੇ। ਯਾਰਾਂ 'ਚੋਂ ਦੁਸ਼ਮਣਾਂ ਦੀ ਮਹਿਫਿਲ ਪਛਾਣੀਏ, ਅੱਜ ਕੌਣ ਹੈ ਅਸਾਡੇ ਮੁਕਾਬਲ ਪਛਾਣੀਏ, ਸਦਰਾਂ ਅਸਾਡੀਆਂ ਨੂੰ ਕਤਲ ਕੌਣ ਕਰ ਰਿਹਾ ਹੈ, ਹਰ ਭੇਸ ਵਿੱਚ ਛੁਪੇ ਹੋਏ ਕਾਤਲ ਪਛਾਣੀਏ, ਹਰ ਭੇਸ ਵਿੱਚ ਛੁਪੇ ਹੋਏ ਕਾਤਲ ਪਛਾਣੀਏ। ਇਹੋ ਜਿਹੜੇ ਆ ਮਨੁੱਖਤਾਵਾਦ ਦੇ ਕਾਤਲਾਂ ਨੂੰ ਪਛਾਣਨ ਦੀ ਲੋੜ ਹੈ। ਆਪ ਸਮੂਹ ਦਰਸ਼ਕਾਂ ਦਾ ਪ੍ਰੋਗਰਾਮ 'ਚ ਹਾਰਦਿਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।